ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਕੌਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਹੈ। ਉਹਨਾਂ ਦੇ ਜੀਵਨ ਬਾਰੇ ਆਪਾਂ 1 ਘੰਟਾ ਵਿਚਾਰ ਕਰਨੀ ਹੈ। ਪਾਕਿਸਤਾਨ ਦੇ ਵਿੱਚ ਇੱਕ ਜ਼ਿਲ੍ਹਾ ਹੈ ਸ਼ੇਖੂਪੁਰ। ਉੱਥੇ ਇੱਕ ਨਗਰ ਹੈ ਰਾਏ ਭੋਏ ਦੀ ਤਲਵੰਡੀ, ਜਿਹਨੂੰ ਅੱਜ ਕੱਲ੍ਹ ਨਨਕਾਣਾ ਸਾਹਿਬ ਆਖਦੇ ਹਨ। ਉਸ ਨਗਰ ਦੇ ਵਿੱਚ 1469 ਈਸਵੀ ਨੂੰ ਕੱਤਕ ਦੀ ਪੂਰਨਮਾਸ਼ੀ ਨੂੰ ਮਹਿਤਾ ਕਲਿਆਣ ਦਾਸ ਜੀ, ਜਿਨ੍ਹਾਂ ਦਾ ਛੋਟਾ ਨਾਮ ਸੀ ਮਹਿਤਾ ਕਾਲੂ ਜੀ, ਅਤੇ ਮਾਤਾ ਤ੍ਰਿਪਤਾ ਜੀ, ਉਹਨਾਂ ਦੇ ਘਰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ। ਆਮ ਬੰਦਿਆਂ ਦੇ ਜਨਮ ਨੂੰ ਜਨਮ ਕਿਹਾ ਜਾਂਦਾ ਹੈ। ਇਹ ਜਿਹੜੇ ਮਹਾਨ ਰੂਹਾਂ ਹੁੰਦੀਆਂ, ਇਹਨਾਂ ਦੇ ਜਨਮ ਨੂੰ ਪ੍ਰਕਾਸ਼ ਕਿਹਾ ਜਾਂਦਾ ਹੈ। ਪ੍ਰਕਾਸ਼ ਵੀ 2 ਪ੍ਰਕਾਰ ਦਾ ਹੈ। ਇੱਕ ਆ ਜਿਹੜਾ ਟਿਊਬਾਂ ਬਲਬਾਂ ਦਾ, ਸੂਰਜ ਚੰਨ ਦਾ ਪ੍ਰਕਾਸ਼ ਹੈ। ਇੱਕ ਅੰਦਰਲਾ ਪ੍ਰਕਾਸ਼ ਹੁੰਦਾ ਹੈ, ਜਿਹਨੂੰ ਬ੍ਰਹਮ ਗਿਆਨ ਦਾ ਪ੍ਰਕਾਸ਼ ਕਹਿੰਦੇ ਨੇ। ਉਸ ਪ੍ਰਕਾਸ਼ ਨੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨਾ ਹੁੰਦਾ ਹੈ। ਉਹ ਸਮਾਜ ਦੇ ਵਿੱਚ ਅਗਿਆਨਤਾ ਹੈ, ਉਸ ਨੂੰ ਦੂਰ ਕਰਦੇ ਨੇ, ਗਿਆਨ ਦਾ ਚਾਨਣ ਦਿੰਦੇ ਨੇ। ਇਸ ਲਈ ਉਹਨਾਂ ਦੇ ਜਨਮ ਦਿਨ ਨੂੰ ਪ੍ਰਕਾਸ਼ ਦਿਹਾੜਾ ਕਿਹਾ ਜਾਂਦਾ ਹੈ। ਸਿੱਧੇ ਸ਼ਬਦਾਂ 'ਚ ਜਨਮ ਹੀ ਹੈ। ਸੋ 1469 ਈਸਵੀ ਨੂੰ ਕੱਤਕ ਦੀ ਪੂਰਨਮਾਸ਼ੀ ਨੂੰ ਮਹਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਦੇ ਘਰ ਰਾਏ ਭੋਏ ਕੀ ਤਲਵੰਡੀ, ਜਿਹਨੂੰ ਅੱਜ ਕੱਲ੍ਹ ਨਨਕਾਣਾ ਸਾਹਿਬ ਕਹਿੰਦੇ ਹਨ, ਜੋ ਪਾਕਿਸਤਾਨ ਦੇ ਸ਼ੇਖੂਪੁਰ ਜ਼ਿਲ੍ਹੇ ਵਿੱਚ ਹੈ, ਉੱਥੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ। ਪੁਰਾਣੇ ਜ਼ਮਾਨੇ 'ਚ ਅੱਧਾ ਨਾਮ ਹੀ ਲਿਆ ਕਰਦੇ ਸਨ। ਹੁਣ ਜੇ ਮਾਤਾ ਤ੍ਰਿਪਤਾ ਜੀ, ਪਤਾ ਨਹੀਂ ਤ੍ਰਿਪਤਾ ਦੇਵੀ ਸਨ ਉਹ ਕਿ ਤ੍ਰਿਪਤਾ ਕੁਮਾਰੀ ਸਨ, ਕਿ ਅੱਗੇ ਪੂਰਾ ਕਿੰਨਾ ਹੀ ਨਾਮ ਨਹੀਂ ਪਤਾ। ਅੱਧੇ ਨਾਵਾਂ ਨਾਲ ਪ੍ਰਸਿੱਧ ਹੋ ਜਾਂਦੇ ਸਨ। ਜਿਵੇਂ ਮਹਿਤਾ ਕਾਲੂ ਜੀ ਦਾ ਪੂਰਾ ਨਾਂ ਤੇ ਕਲਿਆਣ ਦਾਸ ਸੀ, ਪਰ ਉਹ ਮਹਿਤਾ ਕਾਲੂ ਜੀ ਕਰਕੇ ਹੀ ਪ੍ਰਸਿੱਧ ਹੋ ਗਏ। ਕੁਝ ਸਮਾਂ ਬੀਤਿਆ, 6-7 ਸਾਲਾਂ ਦੇ ਹੋਏ, ਪੜ੍ਹਨ ਦਾ ਸਮਾਂ ਆ ਗਿਆ ਹੈ। ਪਹਿਲਾਂ ਪੰਡਤ ਜੀ ਕੋਲ ਭੇਜਿਆ। ਹੁਣ ਜਿਹੜਾ ਧੁਰੋਂ ਪੜ੍ਹ ਕੇ ਆਇਆ ਹੋਵੇ ਉਹਨੂੰ ਕੌਣ ਪੜ੍ਹਾਏ? ਕਿਉਂਕਿ ਜਿਹੜਾ ਜਨਮ ਤੋਂ ਹੀ ਬ੍ਰਹਮ ਗਿਆਨੀ ਹੈ, ਉਹਨੂੰ ਸੰਸਾਰਿਕ ਟੀਚਰ ਨਹੀਂ ਪੜ੍ਹਾ ਸਕਦਾ। ਪੰਡਤ ਜੀ ਨੇ ਪਹਿਲੇ ਦਿਨ ਹੀ ਮਹਿਤਾ ਕਾਲੂ ਜੀ ਨੂੰ ਕਿਹਾ ਵੀ ਤੁਹਾਡਾ ਲੜਕਾ ਤਾਂ ਧੁਰੋਂ ਪੜ੍ਹ ਕੇ ਆਇਆ ਹੋਇਆ, ਮੈਂ ਇਸ ਨੂੰ ਨਹੀਂ ਪੜ੍ਹਾ ਸਕਦਾ। ਫਿਰ ਫਾਰਸੀ ਵਾਲੇ ਕੋਲ ਭੇਜ ਦਿੱਤਾ। ਉਹਨੇ ਵੀ ਇਹੀ ਗੱਲ ਕਹੀ ਮਹਿਤਾ ਜੀ ਨੂੰ ਵੀ ਮਹਿਤਾ ਜੀ, ਤੁਹਾਡਾ ਬੱਚਾ ਧੁਰੋਂ ਹੀ ਪੜ੍ਹ ਕੇ ਆਇਆ ਹੋਇਆ, ਅਸੀਂ ਇਸ ਨੂੰ ਨਹੀਂ ਪੜ੍ਹਾ ਸਕਦੇ, ਅਤੇ ਸਾਨੂੰ ਪੜ੍ਹਾਉਂਦਾ ਹੈ। ਚਲੋ, ਹੋਰ ਥੋੜ੍ਹੇ ਜਿਹੇ ਵੱਡੇ ਹੋਏ, ਪਿਤਾ ਨੇ ਕਿਹਾ ਵੀ ਡੰਗਰ ਚਾਰ ਕੇ ਲਿਆ ਕਰੋ। ਡੰਗਰ ਚਾਰਨ ਚਲੇ ਗਏ। ਨਾ ਨਹੀਂ ਕੀਤੀ, ਕਿਉਂਕਿ ਜਿਹੜੀ ਮਹਾਨ ਰੂਹਾਂ ਹੁੰਦੀਆਂ ਉਹ ਨਾ ਨਹੀਂ ਕਰਿਆ ਕਰਦੀਆਂ, ਉਹ ਹੁੰਦੀਆਂ ਆਗਿਆਕਾਰ ਨੇ ਮਾਂ ਪਿਓ ਦੇ, ਪਰ ਉਹ ਆਪਣੇ ਤਰੀਕੇ ਨਾਲ ਕੰਮ ਕਰਦੇ ਨੇ। ਸੰਸਾਰੀਆਂ ਵਾਂਗੂ ਨਾ ਡੰਗਰ ਨਹੀਂ ਚਾਰੇ, ਡੰਗਰ ਦੇ ਚਾਰੇ, ਪਰ ਆਪਣੇ ਤਰੀਕੇ ਨਾਲ ਚਾਰੇ। ਹੋਰ ਵੱਡੇ ਹੋਏ, ਮਹਿਤਾ ਕਾਲੂ ਜੀ ਨਾਲ ਨਾਲ ਦੁਕਾਨਦਾਰੀ ਦੇ ਕੰਮ ਵੀ ਕਰਦੇ, ਜਿੱਥੇ ਪਟਵਾਰੀ ਸਨ।
ਹੁਣ ਤਾਂ ਦੇਖੋ, ਮਹਿਤਾ ਕਾਲੂ ਜੀ ਹੈ ਤੇ ਬੇਦੀ ਸਨ, ਬੇਦੀ ਸਨ, ਤਾਂ ਹੀ ਗੁਰੂ ਨਾਨਕ ਦੇ ਬੇਦੀ ਸਨ। ਪਰ ਉਹਨਾਂ ਨੂੰ ਫਿਰ ਮਹਿਤਾ ਕਾਲੂ ਜੀ ਕਿਉਂ ਕਹਿੰਦੇ? ਫਾਰਸੀ ਦੀ ਡਿਕਸ਼ਨਰੀ ਮੈਂ ਵੇਖੀ ਵੀ ਉੱਥੇ ਮਹਿਤਾ ਦਾ ਕੀ ਅਰਥ ਹੈ। ਉੱਥੇ ਲਿਖਿਆ ਹੋਇਆ ਹੈ ਅਕਾਊਂਟੈਂਟ, ਜਿਹਨੂੰ ਮੁਨੀਮ ਕਹਿੰਦੇ ਨੇ। ਜਿਹੜੇ ਰਾਜਾ ਮਹਾਰਾਜਾ ਦਫ਼ਤਰੀ ਕੰਮ ਕਰਦੇ, ਸਾਂਭ ਸੰਭਾਈ ਕਰਦੇ ਨੇ, ਉਹਨੂੰ ਕਹਿੰਦੇ ਨੇ ਮਹਿਤਾ। ਆਪ ਜੀ ਕਿਉਂਕਿ ਪਟਵਾਰੀ ਸਨ ਨਵਾਬ ਦੇ, ਸਾਰਾ ਹਿਸਾਬ ਕਿਤਾਬ ਰੱਖਣਾ ਹੈ, ਇਸ ਕਰਕੇ ਆਪ ਜੀ ਨੂੰ ਉਸ ਜ਼ਮਾਨੇ 'ਚ ਫਾਰਸੀ ਦਾ ਬੋਲਬਾਲਾ ਸੀ, ਇਸ ਲਈ ਆਪ ਜੀ ਨੂੰ ਮਹਿਤਾ ਕਾਲੂ ਜੀ ਕਿਹਾ ਕਰਦੇ ਸਨ। ਇੱਕ ਦਿਨ ਪਿਤਾ ਜੀ ਕਹਿੰਦੇ ਵੀ ਆਹ ਲੈ 20 ਰੁਪਈਏ, ਨਾਲ ਇੱਕ ਨੌਕਰ ਦਿੱਤਾ, ਗੱਡਾ ਦਿੱਤਾ ਵੀ ਬਾਜ਼ਾਰੋਂ ਚੂਹੜ ਖਾਨਾ ਨੇੜੇ ਸ਼ਹਿਰ ਲੱਗਦਾ ਸੀ, ਵੀ ਉੱਥੋਂ ਮੰਡੀ ਆ ਉਹ, ਉੱਥੋਂ ਜਾ ਕੇ ਦੁਕਾਨ ਲਈ ਸੌਦਾ ਲੈ ਕੇ ਆਓ। ਭਲੇ ਜ਼ਮਾਨੇ ਸਨ। ਆਖਰਕਾਰ ਨਾਲ ਗੱਡਾ ਭੇਜਿਆ ਤਾਂ ਸਮਾਨ ਬਹੁਤ ਆਉਂਦਾ, 20 ਰੁਪਏ ਦਾ ਬਹੁਤ ਆਉਂਦਾ ਨਾ, ਤਾਂ ਹੀ ਗੱਡਾ ਭੇਜਿਆ, ਨੌਕਰ ਭੇਜੇ। ਜਾ ਰਹੇ ਨੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸੱਚਾ ਸੌਦਾ ਬਣਿਆ ਹੋਇਆ ਹੈ, ਉਦੋਂ ਖਾਲੀ ਥਾਂ ਸੀ, ਜੰਗਲ ਹੁੰਦੇ ਸਨ। ਉਹਨਾਂ ਦਿਨਾਂ ਪੰਜਾਬ ਦੇ ਵਿੱਚ ਨਾ 3 ਸਾਲਾਂ ਤੋਂ ਕਾਲ ਪਿਆ ਹੋਇਆ ਸੀ, ਅਨਾਜ ਦੀ ਬੜੀ ਕਮੀ ਸੀ। ਗੁਰੂ ਮਹਾਰਾਜ ਜਾਂਦਿਆਂ ਦੇਖਿਆ ਵੀ ਇੱਥੇ ਤਾਂ 60-70 ਸਾਧੂ ਬੈਠੇ ਭਜਨ ਬੰਦਗੀ ਕਰ ਰਹੇ ਨੇ, ਕੋਈ ਕਿਸੇ ਦਰਖਤ ਹੇਠਾਂ ਬੈਠਾ, ਕੋਈ ਕਿਸੇ ਹੇਠਾਂ ਬੈਠਾ, ਕੋਈ ਕਿਸੇ ਹੇਠਾਂ ਬੈਠਾ। ਉਹਨਾਂ ਨੂੰ ਪਤਾ ਲੱਗਾ ਵੀ ਇਹਨਾਂ ਜਿਹੜਾ ਮੁਖੀਆ ਹੈ ਉਹ ਸੰਤ ਰੇਣਦਾਸ ਹੈ। ਆਪ ਜੀ ਉਹਨਾਂ ਕੋਲ ਚਲੇ ਗਏ, ਕਿਉਂਕਿ ਧਾਰਮਿਕ ਬੰਦੇ ਨੇ ਧਾਰਮਿਕ ਬੰਦੇ ਕੋਲ ਹੀ ਜਾਣਾ। ਜੇ ਸੰਸਾਰੀ ਹੁੰਦੇ ਆਪਣਾ ਸੌਦਾ ਖਰੀਦਣ ਤੁਰ ਜਾਂਦੇ, ਵੀ ਬੈਠੇ ਭਜਨਬੰਦੀ ਕਰਦੇ ਕਰੀ, ਆਪਾਂ ਨੇ ਕੀ ਲੈਣਾ ਇਹਨਾਂ ਤੋਂ। ਸਾਧੂ ਨੇ ਸਾਧੂਆਂ ਕੋਲ ਹੀ ਜਾਣਾ ਹੁੰਦਾ। ਉਹਨਾਂ ਨੇ ਜਦੋਂ ਵਿਚਾਰ ਵਟਾਂਦਰਾ ਕੀਤਾ, ਪਤਾ ਲੱਗਾ ਵੀ ਇਹ 7 ਦਿਨਾਂ ਦੇ ਭੁੱਖੇ ਨੇ। ਗੁਰੂ ਮਹਾਰਾਜ ਉਹਨਾਂ ਨੂੰ ਕਿਹਾ ਵੀ ਮਹਾਤਮਾ ਜੀ, ਨੇੜੇ ਤੁਹਾਡੇ ਸ਼ਹਿਰ ਪੈਂਦਾ ਚੂੜਖਾਨਾ, ਉੱਥੇ ਜਾ ਕੇ ਮੰਗ ਲਓ, ਭੋਜਨ ਮੰਗ ਕੇ ਖਾ ਲਓ। ਸੰਤ ਰੇਣਦਾਸ ਜੀ ਕਹਿੰਦੇ ਕਾਕਾ, ਅਸੀਂ ਹੁੰਦੇ ਹਾਂ ਸਾਧੂ, ਅਤੇ ਸਾਧੂ ਮੰਗਤੇ ਨਹੀਂ ਹੁੰਦੇ। ਜਿਹੜਾ ਮੰਗਣ ਤੁਰ ਪਿਆ ਸਾਧੂ ਨਹੀਂ ਹੁੰਦਾ, ਅਤੇ ਸਾਧੂ ਮੰਗਤਾ ਨਹੀਂ ਹੁੰਦਾ। ਗੁਰੂ ਮਹਾਰਾਜ ਸੋਚਿਆ ਵੀ ਇਹ ਠੀਕ ਨੇ, ਇਹ ਵਾਕਈ ਸਾਧੂ ਨੇ। ਗੁਰੂ ਮਹਾਰਾਜ ਦੇ ਮਨ 'ਚ ਕੀ ਆਇਆ, ਉਹਨਾਂ ਦੇ ਖਾਣ ਪੀਣ ਵਾਲੀ ਜਿਹੜੀ ਰਸਦ ਸੀ ਉਹ ਖਰੀਦੀ, ਅਤੇ ਸਾਰੇ ਆ ਕੇ ਉਹਨਾਂ ਨੂੰ ਦੇ ਦਿੱਤੇ ਵੀ ਲਓ ਜੀ ਆਪਣਾ ਪਕਾਓ ਅਤੇ ਖਾਓ। ਭੇਜਿਆ ਸੀ ਦੁਕਾਨ ਲਈ ਸੌਦਾ ਖਰੀਦਣ ਲਈ, ਨਾ ਨਹੀਂ ਕੀਤੀ ਵੀ ਮੈਂ ਨਹੀਂ ਸੌਦਾ ਲੈਣ ਜਾਣਾ, ਨਹੀਂ, ਪਰ ਆਪਣੇ ਤਰੀਕੇ ਨਾਲ ਕੀਤਾ, ਕਿਉਂਕਿ ਉਹਨਾਂ ਨੇ ਵੱਡੇ ਹੋ ਕੇ ਫਿਰ ਕਹਿਣਾ ਸੀ ਨਾ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਉਹ ਵੰਡ ਕੇ ਛਕੋ ਵਾਲਾ ਸਿਧਾਂਤ ਉਹਨਾਂ ਨੇ ਉੱਥੇ ਲਾਗੂ ਕੀਤਾ ਵੀ ਇਹ ਲੋੜਵੰਦ ਨੇ, 7 ਦਿਨਾਂ ਤੋਂ ਭੁੱਖੇ ਨੇ, ਇਸ ਲਈ ਇਹਨਾਂ ਨੂੰ ਖਾਣ ਪੀਣ ਨੂੰ ਦੇਣਾ ਚਾਹੀਦਾ ਹੈ। ਅੱਜ ਦੇ ਘੱਟ ਤੋਂ ਘੱਟ 20,000 ਹੋਣਾ ਉਹ। ਤੁਸੀਂ ਅੱਜ ਬੱਚੇ ਨੂੰ 20,000 ਰੁਪਇਆ ਦੇ ਕੇ ਭੇਜੋ ਵੀ ਜਾਂ ਸੌਦਾ ਲੈ ਕੇ ਆ ਦੁਕਾਨ ਲਈ, ਅਤੇ ਉਹ ਰਾਹ ਦੇ ਵਿੱਚ ਹੀ ਲੋੜਵੰਦਾਂ 'ਚ ਵੰਡ ਆਵੇ, ਤਾਂ ਫਿਰ ਤੁਹਾਡੇ ਤੋਂ ਝਿੜਕਾਂ ਤਾਂ ਪੈਣਗੀਆਂ। ਘੁੱਟ ਵੀ ਪੈ ਸਕਦੀ ਹੈ, ਝਿੜਕਾਂ ਵੀ ਪੈ ਸਕਦੀਆਂ। ਅਤੇ ਉਹੀ ਗੱਲ ਗੁਰੂ ਨਾਨਕ ਦੇਵ ਜੀ ਨਾਲ ਹੋਈ। ਜਦੋਂ ਪਤਾ ਲੱਗਾ ਪਿਤਾ ਨੂੰ ਵੀ ਇਹ ਤਾਂ ਰਾਜ ਸਾਧੂਆਂ ਨੇ ਖੁਆ ਪਿਆ ਨੇ, ਇਹ ਤਾਂ ਸੌਦਾ ਲੈ ਕੇ ਨਹੀਂ ਆਏ, ਇਸ ਲਈ ਝਿੜਕਾਂ ਪੈਣੀਆਂ ਹੀ ਪੈਣੀਆਂ ਸਨ। ਠੀਕ ਹੈ, ਸਾਡੀ ਸ਼ਰਧਾ ਗੁਰੂ ਨਾਨਕ ਦੇਵ ਜੀ ਦੇ ਵਿੱਚ ਹੈ। ਅਸੀਂ ਕਹਿੰਦੇ ਬਹੁਤ ਮਾੜਾ ਕੀਤਾ, ਚਪੇੜ ਮਾਰੀ, ਝਿੜਕਿਆ,
ਪਰ ਪਿਤਾ ਤੇ ਸੰਸਾਰੀ ਹੈ। ਤੇ ਜੇ ਸੰਸਾਰੀ ਪੁਆਇੰਟ ਤੋਂ ਸੋਚੀਏ ਤਾਂ ਪਿਤਾ ਨੇ ਕੋਈ ਗਲਤ ਨਹੀਂ ਕੀਤਾ। ਉਹ ਵਿਚਾਰਾ ਆਪਣੀ ਥਾਂ 'ਤੇ ਠੀਕ ਸੀ, ਉਹ ਆਪਣੀ ਥਾਂ 'ਤੇ ਠੀਕ ਸਨ। ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਵਿਚਾਰ ਨਹੀਂ ਨਾ ਮਿਲਦੇ ਆਪਸ 'ਚ। ਇੱਕ ਦਾ ਵਿਚਾਰ ਹੈ ਕਿ ਦੁਕਾਨ ਲਈ ਸੌਦਾ ਲਿਆਉਣਾ ਸੀ, ਦੂਜੇ ਦਾ ਵਿਚਾਰ ਹੈ ਕਿ ਪਰਮਾਤਮਾ ਨੇ ਦਿੱਤਾ, ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਭਗਤਾਂ ਅਤੇ ਸੰਸਾਰੀ ਦੇ ਵਿਚਾਰਾਂ 'ਚ ਅੰਤਰ ਹੁੰਦਾ ਵੈਸੇ। ਹੋਰ ਥੋੜ੍ਹੇ ਜਿਹੇ ਵੱਡੇ ਹੋਏ, ਇਹਨਾਂ ਦੀ ਵੱਡੀ ਭੈਣ ਸੀ ਬੇਬੇ ਨਾਨਕੀ। ਕਈ ਇਲਾਕਿਆਂ 'ਚ ਨਾ ਵੱਡੀ ਭੈਣ ਨੂੰ ਬੇਬੇ ਕਹਿੰਦੇ। ਬੇਬੇ ਵਿੱਚ ਮਾਂ ਨੂੰ ਵੀ ਕਹਿੰਦੇ ਨੇ। ਅਸੀਂ ਆਪਣੀ ਮਾਂ ਨੂੰ ਬੇਬੇ ਕਿਹਾ ਕਰਦੇ ਸੀ, ਪਰ ਕਈ ਇਲਾਕਿਆਂ 'ਚ ਵੱਡੀ ਭੈਣ ਨੂੰ ਬੇਬੇ ਕਹਿੰਦੇ ਸੀ। ਬੇਬੇ ਨਾਨਕੀ। ਪੁਰਾਣੇ ਜ਼ਮਾਨੇ 'ਚ ਰਿਵਾਜ਼ ਸੀ, ਭੈਣ ਭਰਾਵਾਂ ਦਾ ਇੱਕੋ ਹੀ ਨਾਂ ਹੁੰਦਾ ਸੀ। ਜੇ ਮੇਰੇ ਭਰਾ ਦਾ ਨਾਂ ਸੀ ਮਾਨ ਸਿੰਘ ਅਤੇ ਭੈਣ ਦਾ ਨਾਂ ਸੀ ਮਾਨ ਕੌਰ, ਚਲੋ ਸਹੁਰੇ ਨੇ ਉਹਦਾ ਨਾਮ ਰੱਖਤਾ ਮਨਜੀਤ ਕੌਰ, ਪਰ ਉਹ ਸੌਖਾ ਸੀ, ਮਾਨ ਸਿੰਘ ਮਾਨ ਕੌਰ ਇਸ ਨਾਮ ਰੱਖਦੇ। ਨਾਨਕੀ ਉਹ ਨਾਨਕ ਰੱਖ ਲਿਆ ਹੈ। ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਵਿਆਹੇ ਹੋਏ ਸਨ। ਉਹਨਾਂ ਨੇ ਸੋਚਿਆ ਵੀ ਰੋਜ਼ ਰੋਜ਼ ਮੇਰੇ ਭਰਾ ਨੂੰ ਝਿੜਕਾਂ ਪੈਂਦੀਆਂ ਪਿਤਾ ਤੋਂ, ਵੀ ਇਹਨਾਂ ਨੂੰ ਮੈਂ ਇੱਥੇ ਸੱਦ ਲੈਂਦੀ ਹਾਂ, ਇੱਥੇ ਨੌਕਰੀ ਦਿਲਾ ਦਿਆਂਗੇ ਨਵਾਬ ਦੇ, ਅਤੇ ਚਲੋ ਰੋਜ਼ ਦੀ ਤੂੰ ਮੈਂ ਖਤਮ ਹੋਵੇਗੀ। ਉੱਥੇ ਚਲੇ ਗਏ। ਨਵਾਬ ਨੇ ਜਦੋਂ ਗੱਲਬਾਤ ਕੀਤੀ, ਉਹਨਾਂ ਦੇਖਿਆ ਵੀ ਮੁੰਡਾ ਬਹੁਤ ਹੁਸ਼ਿਆਰ ਹੈ। ਉਹਨਾਂ ਮੋਦੀ ਰੱਖ ਲਿਆ। ਜਿੰਨਾ ਅਨਾਜ ਹੁੰਦਾ ਸੀ ਨਵਾਬ ਦਾ, ਸਾਰੇ ਦਾ ਹਿਸਾਬ ਕਿਤਾਬ ਰੱਖਣ। ਕਿੰਨਾ ਵੰਡਿਆ ਗਿਆ, ਵੇਚਿਆ ਗਿਆ, ਕਿੰਨਾ ਆਇਆ, ਸਾਰਾ ਹਿਸਾਬ ਕਿਤਾਬ ਰੱਖਣਾ। ਉਹਨੂੰ ਕਹਿੰਦੇ ਸੀ ਉਦੋਂ ਜ਼ਮਾਨੇ 'ਚ ਮੋਦੀ ਲੱਗ ਗਏ। ਹੁਣ ਧਾਰਮਿਕ ਬੰਦੇ ਸਨ। ਜਦੋਂ ਤੋਲਦੇ 13 'ਤੇ ਆਉਂਦੇ ਸਨ, ਸੁਰਤ ਜੁੜ ਜਾ ਕਰਦੇ ਸੀ ਪਰਮਾਤਮਾ ਨਾਲ, ਫਿਰ 13 ਕਰਦੇ ਰਹਿੰਦੇ ਸਨ, ਅਤੇ ਉਹ ਛਾਪੇ ਭਰ ਕੇ ਅਗਲੇ ਨੂੰ ਪਾਈ ਜਾਂਦੇ ਸਨ। 3 ਮਹੀਨਿਆਂ ਬਾਅਦ ਕਿਸੇ ਨੇ ਸ਼ਿਕਾਇਤ ਕਰਤੀ ਵੀ ਤੁਹਾਡਾ ਮੋਦੀ ਤਾਂ ਸਾਰਾ ਲੁਟਾ ਦੂਗਾ ਅਨਾਜ ਹੈ, ਇਹ ਤਾਂ 13 ਤੋਂ ਅੱਗੇ ਗਿਣਦੇ ਹੀ ਨਹੀਂ, ਪਾਈਏ ਜਾਂਦੇ। ਜਦੋਂ ਹੈ ਹਿਸਾਬ ਕਿਤਾਬ, ਨਵਾਬ ਦੇ 125 ਰੁਪਏ ਸਗੋਂ ਵੱਧ ਗਏ। ਉਹ ਬੜਾ ਖੁਸ਼ ਹੋਇਆ, ਉਹਨੇ ਇਨਾਮ ਦਿੱਤਾ ਗੁਰੂ ਮਹਾਰਾਜ ਨੂੰ। ਹੁਣ ਕਈ ਵਾਰੀ ਬੰਦਾ ਦੁਕਾਨਦਾਰੀ ਕਰਨ ਲਈ ਸੰਸਾਰ 'ਚ ਆਇਆ ਹੁੰਦਾ, ਉਹ ਹੋਰ ਕਿਸੇ ਕੰਮ ਆਇਆ ਹੁੰਦਾ ਹੈ। ਜਦੋਂ ਉਹ ਸਮਾਂ ਆ ਜਾਂਦਾ ਹੈ, ਫਿਰ ਪਰਿਵਰਤਨ ਆਉਂਦਾ ਜ਼ਿੰਦਗੀ 'ਚ। ਆਪ ਜੀ ਰੋਜ਼ ਵੇਈ ਨਦੀ 'ਤੇ ਨਹਾਉਣ ਜਾਂਦੇ ਸਨ। ਜਿਹੜੇ ਵੀ ਸੁਲਤਾਨਪੁਰ ਲੋਧੀ ਕਦੇ ਗਏ ਹਨ, ਉਹਨਾਂ ਨੂੰ ਪਤਾ ਹੈ ਜਿਹੜਾ ਆਪਣਾ ਗੁਰਦੁਆਰਾ ਸਾਹਿਬ ਬੇਰ ਸਾਹਿਬ ਹੈ, ਉਹ ਵੇਈ ਨਦੀ ਦੇ ਕੰਢੇ 'ਤੇ ਬਣਿਆ ਹੋਇਆ ਹੈ। ਉੱਥੇ ਇਸ਼ਨਾਨ ਕਰਨ ਜਾਂਦੇ, ਨਾਲ ਨੌਕਰ ਹੁੰਦਾ ਸੀ, ਕਿਉਂਕਿ ਆਪ ਜੀ ਅੱਛੀ ਪੋਸਟ 'ਤੇ ਸਨ, ਜੀਜਾ ਜੀ ਵੀ ਅੱਛੀ ਪੋਸਟ 'ਤੇ ਸਨ, ਇਸ ਲਈ ਨੌਕਰ ਕੱਪੜੇ ਸਾਂਭਦਾ ਸੀ। ਆਪ ਜੀ ਇਸ਼ਨਾਨ ਕਰਕੇ ਵਾਪਸ ਆ ਜਾਂਦੇ ਸਨ। ਇੱਕ ਦਿਨ ਵਾਪਸ ਹੀ ਨਹੀਂ ਨਿਕਲੇ। ਕਿੰਨੀ ਦੇਰ ਨੌਕਰ ਨੇ ਉਡੀਕ ਕੀਤੀ, ਵਾਪਸ ਨਹੀਂ ਆਏ, ਬਾਹਰ ਨਹੀਂ ਨਿਕਲੇ। ਉਹਨੇ ਆ ਕੇ ਕਿਹਾ ਭੈਣ ਜੀ ਨੂੰ ਵੀ ਤੁਹਾਡਾ ਭਰਾ ਤਾਂ ਨਦੀ 'ਚੋਂ ਬਾਹਰ ਨਹੀਂ ਨਿਕਲਿਆ, ਕਿਤੇ ਡੁੱਬ ਹੀ ਨਾ ਗਿਆ ਹੋਵੇ। ਰੌਲਾ ਪੈ ਗਿਆ, ਮੋਦੀ ਡੁੱਬ ਗਿਆ, ਮੋਦੀ ਡੁੱਬ ਗਿਆ। ਨਵਾਬ ਨੂੰ ਵੀ ਚਿੰਤਾ ਹੋ ਗਈ। ਉਹਨੇ ਵੀ ਮਛੇਰੇ ਸੱਦੇ, ਨਦੀ 'ਚ ਜਾਲ ਵਿਛਾਤਾ ਵੀ ਲੱਭੋ ਭਾਈ, ਬੰਦੇ ਲਾਤੇ। ਭੈਣ ਨੂੰ ਆ ਕੇ ਬੀਬੀਆਂ ਅਫਸੋਸ ਕਰਦੀਆਂ ਵੀ ਤੇਰਾ ਭਰਾ ਡੁੱਬ ਗਿਆ ਹੈ, ਬੜਾ ਮਾੜਾ ਹੋਇਆ। ਬੇਬੇ ਨਾਨਕੀ ਜੀ ਨੂੰ ਵਿਸ਼ਵਾਸ ਸੀ ਕਿ ਮੇਰਾ ਭਰਾ ਸਧਾਰਨ ਬੰਦਾ ਨਹੀਂ ਹੈ। ਉਹ ਕਹਿੰਦੀ ਸੁਣੋ ਮੇਰੀ ਗੱਲ, ਮੇਰਾ ਭਰਾ ਸੰਸਾਰ ਨੂੰ ਤਾਰਨ ਆਇਆ, ਅਤੇ ਜਿਹੜਾ ਸੰਸਾਰ ਨੂੰ ਤਾਰਨ ਆਇਆ ਉਹ ਆਪ ਕਿਵੇਂ ਡੁੱਬ ਸਕਦਾ ਹੈ? ਉਹ ਨਹੀਂ ਡੁੱਬਿਆ,
ਇਹ 'ਚ ਕੋਈ ਰਾਜ਼ ਹੈ? ਹੌਲੀ ਹੌਲੀ ਪਤਾ ਲੱਗ ਜਾਏਗਾ। ਤੇ ਉਹੀ ਗੱਲ, ਤੀਜੇ ਦਿਨ ਆਪ ਜੀ ਪ੍ਰਗਟ ਹੋ ਗਏ। ਪਤਾ ਲੱਗਾ ਵੀ ਗਏ ਕਿੱਥੇ ਸਨ? ਪਤਾ ਲੱਗਾ ਵੀ ਸੱਚਖੰਡ ਗਏ ਸਨ। ਜਿਹੜੀ ਸਾਡੀ ਪੁਰਾਤਨ ਪੁਸਤਕ ਹੈ ਉਹ 'ਚ ਲਿਖਿਆ ਕਿ ਵੇਈ ਨਦੀ 'ਚ ਇਸ਼ਨਾਨ ਕਰਦਿਆਂ ਪਰਮਾਤਮਾ ਦਾ ਸੁਨੇਹਾ ਆ ਗਿਆ ਵੀ ਸਾਡੇ ਕੋਲ ਆਓ। ਉੱਥੇ ਪਰਮਾਤਮਾ ਕੋਲ ਚਲੇ ਗਏ। ਪਰਮਾਤਮਾ ਨੇ ਜਾਂਦਿਆਂ ਹੀ ਗੁਰੂ ਨਾਨਕ ਨੇ ਕਿਹਾ, ਹੇ ਨਾਨਕ, ਤੈਨੂੰ ਮੈਂ ਨਾਮ ਜਪਾਉਣ ਲਈ ਸੰਸਾਰ 'ਤੇ ਭੇਜਿਆ ਸੀ, ਤੇ ਤੂੰ ਤਕੜੀਆਂ ਤੋਲੀ ਜਾਣਾ। ਤੇ ਗੁਰੂ ਮਹਾਰਾਜ ਕਹਿੰਦੇ, ਮਹਾਰਾਜ ਜੀ, ਤੁਹਾਡਾ ਨਾ ਮਾਤ ਲੋਕ ਦਾ ਇੱਕ ਵਿਧਾਨ ਹੈ ਕਿ ਕੋਈ ਵੀ ਨਿਗੋਰਾ ਬੰਦਾ ਦੂਜਿਆਂ ਨੂੰ ਨਾਮ ਨਹੀਂ ਜਪਾ ਸਕਦਾ। ਇਸ ਲਈ ਸਿੱਖ ਧਰਮ 'ਚ ਜਿੰਨੇ ਵੀ ਪਾਠੀ ਨੇ, ਕਥਾ ਕੀਰਤਨ ਕਰਨ ਵਾਲੇ ਨੇ, ਸੰਤ ਮਹਾਤਮਾ ਨੇ, ਜਿਨ੍ਹਾਂ ਨੇ ਵੀ ਸਿੱਖ ਧਰਮ ਦਾ ਪ੍ਰਚਾਰ ਕਰਨਾ, ਸਾਰੇ ਦੇ ਸਾਰੇ ਅੰਮ੍ਰਿਤਧਾਰੀ ਹੁੰਦੇ ਨੇ। ਕਿਉਂਕਿ ਨਿਗੋਰੇ ਨੂੰ ਨਾਮ ਜਪਾਉਣ ਦਾ ਅਧਿਕਾਰ ਹੀ ਨਹੀਂ ਹੈ। ਕਹਿੰਦੇ ਤੁਸੀਂ ਮੈਨੂੰ ਦਿੱਤੀ ਦਿਵ ਦ੍ਰਿਸ਼ਟੀ, ਮੈਂ ਤੁਹਾਡੀ ਦਿਵ ਦ੍ਰਿਸ਼ਟੀ ਨਾਲ ਸਾਰੇ ਸੰਸਾਰ ਵੱਲ ਵੇਖਿਆ। ਕਿਉਂਕਿ ਗੁਰੂ ਧਾਰਨ ਕਰਨਾ ਅਤੇ ਗੁਰੂ ਪੂਰਾ ਹੋਣਾ ਚਾਹੀਦਾ। ਮੈਨੂੰ ਤਾਂ ਪੂਰਾ ਹੀ ਕੋਈ ਨਹੀਂ ਲੱਭਾ ਸੰਸਾਰ 'ਚ, ਇਸ ਲਈ ਮੈਂ ਕਿਹਨੂੰ ਗੁਰੂ ਧਾਰਨ ਕਰਾਂ? ਤੁਸੀਂ ਮੇਰੇ 'ਤੇ ਕਿਰਪਾ ਕਰੋ। ਅਤੇ ਫਿਰ ਪਰਮਾਤਮਾ ਨੇ ਗੁਰੂ ਨਾਨਕ ਦੇਵ ਨੇ ਕਿਹਾ, ਹੇ ਨਾਨਕ, ਇਸ ਥੜੇ 'ਤੇ ਬੈਠ। ਆਪ ਜੀ ਥੜੇ 'ਤੇ ਬਹਿ ਗਏ। ਪਰਮਾਤਮਾ ਨੇ ਸੇਵਕਾਂ ਨੂੰ ਕਿਹਾ ਵੀ ਅੰਮ੍ਰਿਤ ਦਾ ਪਿਆਲਾ ਲਿਓ। ਅੰਮ੍ਰਿਤ ਦਾ ਪਿਆਲਾ ਆ ਗਿਆ। ਪਰਮਾਤਮਾ ਕਹਿੰਦਾ, ਹੇ ਨਾਨਕ, ਇਹ ਅੰਮ੍ਰਿਤ ਦਾ ਪਿਆਲਾ ਪੀ। ਆਪ ਜੀ ਨੇ ਅੰਮ੍ਰਿਤ ਪੀ ਲਿਆ। ਫਿਰ ਪਰਮਾਤਮਾ ਨੇ ਗੁਰੂ ਨਾਨਕ ਦੇਵ ਜੀ ਨੂੰ ਗੁਰਮੰਤਰ ਦਿੱਤਾ, ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਫਿਰ ਪਰਮਾਤਮਾ ਦਾ, ਨਾਨਕ ਤੂੰ ਹੀ ਕੁਝ ਬੋਲ। ਅਤੇ ਆਪ ਜੀ ਨੇ ਕਿਹਾ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਪਰਮਾਤਮਾ ਕਹਿੰਦਾ, ਮੈਂ ਕੀ ਹਾਂ? ਨਾਨਕ ਇਹ ਤੈਨੂੰ ਸਮਝ ਆ ਗਈ ਹੈ। ਕਹਿੰਦੇ ਸੁਣ। ਪਰਮਾਤਮਾ ਕਹਿੰਦਾ, ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਮ ਗੁਰ ਪਰਮੇਸ਼ਰ। ਧਿਆਨ ਦੇਣਾ, ਪਰਮੇਸ਼ਰ ਦੋਨਾਂ ਨਾਲ ਲੱਗਾ। ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਮ ਗੁਰ ਪਰਮੇਸ਼ਰ, ਜਿਸ 'ਤੇ ਤੇਰੀ ਖੁਸ਼ੀ ਉਸ 'ਤੇ ਮੇਰੀ ਖੁਸ਼ੀ। ਕਹਿੰਦੇ, ਹੇ ਨਾਨਕ, ਜਿਸ 'ਤੇ ਤੂੰ ਖੁਸ਼ ਹੋਏਗਾ ਮੈਂ ਉਸ 'ਤੇ ਆਪਣੇ ਆਪ ਹੀ ਖੁਸ਼ ਹਾਂ। ਤਾਂ ਹੀ ਗੁਰਬਾਣੀ 'ਚ ਲਿਖਿਆ ਨਾ, ਏਕ ਓੰਕਾਰ ਸਤਿਗੁਰ ਪ੍ਰਸਾਦ। ਏਕ ਓੰਕਾਰ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਮਿਲਦੀ, ਪ੍ਰਾਪਤੀ ਹੁੰਦੀ। ਸੋ ਜਿਸ 'ਤੇ ਗੁਰੂ ਮਹਾਰਾਜ ਖੁਸ਼ ਹੋ ਜਾਣ, ਉਹਨੂੰ ਪਰਮਾਤਮਾ ਮਿਲ ਜਾਂਦਾ ਹੈ। ਇਹ ਵਾਅਦਾ ਹੋਇਆ ਹੋਇਆ ਸੱਚਖੰਡ ਦੇ ਵਿੱਚ। ਗੁਰੂ ਮਹਾਰਾਜ ਵਾਪਸ ਆ ਗਏ। ਹੁਣ ਡਿਊਟੀ ਲੱਗ ਗਈ, ਨਾਮ ਜਪਾ, ਡਿਊਟੀ ਬਦਲ ਗਈ। ਕਈ ਵਾਰੀ ਤੁਸੀਂ ਦੇਖਿਆ ਹੋਣਾ, ਕੋਈ ਚੋਰ, ਕੋਈ ਡਾਕੂ, ਕੋਈ ਲਟੇਰਾ, ਸ਼ਰਾਬੀ, ਕਬਾਬੀ, ਭੈੜਾ ਬੰਦਾ ਰਾਤੇ ਰਾਤ ਹੀ ਬਦਲ ਜਾਂਦਾ। ਅਗਲੇ ਦਿਨ ਜਿਹੜਾ ਹੈ ਉਹ ਅੰਮ੍ਰਿਤ ਛਕ ਲੈਂਦਾ, ਨਾਮ ਜਪ ਲੈਂਦਾ, ਸਭ ਕੁਛ ਹੋ ਜਾਂਦਾ। ਅਗਲਾ ਕਹਿੰਦਾ ਕਮਾਲ ਹੈ ਯਾਰ, ਇਹ ਕੱਲ੍ਹ ਐਂ ਸੀ, ਅੱਜ ਐਂ ਹੋ ਕੇ ਡਿਊਟੀ ਬਦਲ ਗਈ ਨਾ, ਡਿਊਟੀ ਬਦਲ ਗਈ। ਹੁਣ ਡਿਊਟੀ ਲੱਗ ਗਈ ਨਾਮ ਜਪਾਉਣ ਦੀ। ਮੁੜ ਕੇ ਘਰ ਨਹੀਂ ਗਏ, ਮੋਦੀ ਖਾਨੇ ਨਹੀਂ ਗਏ, ਮੜੀਆਂ ਜਾ ਕੇ ਬਹਿ ਗਏ। ਤੇ ਕੋਈ ਗੱਲ ਕਿ ਨਾ ਕੋ ਹਿੰਦੂ ਨਾ ਕੋ ਮੁਸਲਮਾਨ। ਨਵਾਬ ਨੇ ਸੁਨੇਹਾ ਭੇਜਿਆ ਵੀ ਤੁਸੀਂ ਆ ਕੇ ਮੋਦੀ ਖਾਨਾ ਖੋਲ੍ਹੋ। ਗੁਰੂ ਮਹਾਰਾਜ ਕਹਿੰਦੇ, ਹੁਣ ਅਸੀਂ ਤੁਹਾਡੀ ਨੌਕਰੀ ਨਹੀਂ ਕਰਨੀ, ਹੁਣ ਅਸੀਂ ਪਰਮਾਤਮਾ ਦੀ ਨੌਕਰੀ ਕਰਨੀ ਹੈ।
ਚਲੋ ਉਹਨੂੰ ਮਨਾਉਣ ਲਈ ਨਵਾਬ ਵੀ ਆ ਗਿਆ, ਕਾਜ਼ੀ ਵੀ ਆ ਗਿਆ ਹੈ। ਅੱਗੇ ਗੁਰੂ ਮਹਾਰਾਜ ਕਹਿ ਰਹੇ ਨੇ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਅਤੇ ਗੁਰੂ ਮਹਾਰਾਜ ਕਹਿੰਦੇ, ਨਵਾਬ ਜੀ ਅਸੀਂ ਤੁਹਾਡੀ ਹੁਣ ਨੌਕਰੀ ਨਹੀਂ ਕਰਨੀ, ਅਸੀਂ ਤਾਂ ਹੁਣ ਪਰਮਾਤਮਾ ਦੀ ਨੌਕਰੀ ਕਰਨੀ। ਉਹ ਕਹਿੰਦੇ ਵੀ ਆ ਤੁਸੀਂ ਕਹਿ ਰਹੇ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਇਹ ਤਾਂ ਮੈਂ ਤੁਹਾਡੀਆਂ ਨਜ਼ਰਾਂ 'ਚ ਬਰਾਬਰ ਨੇ। ਹਾਂ, ਕਹਿੰਦੇ ਬਰਾਬਰ ਨੇ ਜੀ, ਪਰਮਾਤਮਾ ਨੇ ਸਾਰੇ ਇਨਸਾਨ ਬਰਾਬਰ ਬਣਾਏ ਨੇ, ਅਤੇ ਅਸੀਂ ਵੱਡੇ ਛੋਟੇ ਕਰ ਦਿੱਤਾ, ਅਸੀਂ ਵੱਡੇ ਛੋਟੇ ਕਰ ਦਿੱਤਾ। ਕਹਿੰਦੇ ਜੇ ਤੁਹਾਡੀਆਂ ਨਜ਼ਰਾਂ 'ਚ ਹਿੰਦੂ ਅਤੇ ਮੁਸਲਮਾਨ ਬਰਾਬਰ ਨੇ ਤਾਂ ਕੱਲ੍ਹ ਨੂੰ ਜੁਮੇ ਦੀ ਨਮਾਜ਼ ਹੈ, ਮਸੀਤ ਜਾ ਕੇ ਪੜ੍ਹਿਓ। ਕਹਿੰਦੇ ਆ ਜਾਵਾਂਗੇ ਜੀ। ਉਹ ਤਾਂ ਬੜਾ ਇਕੱਠ ਹੋ ਗਿਆ ਬਈ ਜਿਹੜਾ ਨਵਾਬ ਦਾ ਮੋਦੀ ਨਾਨਕ ਨਮਾਜ਼ ਪੜ੍ਹਨ ਜਾ ਰਿਹਾ ਮਸੀਤ 'ਚ, ਕਿਤੇ ਮੁਸਲਮਾਨ ਹੀ ਨਾ ਹੋ ਜਾਵੇ। ਉਹ ਬਾਹਰ ਹਿੰਦੂਆਂ ਦੀ ਭੀੜ ਲੱਗ ਗਈ ਅਤੇ ਅੰਦਰ ਮੁਸਲਮਾਨਾਂ ਦੀ ਲੱਗ ਗਈ ਮਸੀਤ। ਨਮਾਜ਼ ਸ਼ੁਰੂ ਹੋ ਗਈ ਹੈ, ਗੁਰੂ ਮਹਾਰਾਜ ਪੜ੍ਹ ਹੀ ਨਹੀਂ ਰਹੇ। ਬਾਅਦ ਨਵਾਬ ਨਾਰਾਜ਼ ਹੋਇਆ, ਕਾਜ਼ੀ ਨਾਰਾਜ਼ ਹੋਇਆ, ਤੁਸੀਂ ਨਮਾਜ਼ ਨਹੀਂ ਪੜ੍ਹੇ। ਉਹ ਕਹਿੰਦੇ ਕਾਜ਼ੀ ਜੀ, ਨਵਾਬ ਜੀ, ਤੁਸੀਂ ਕਿਹੜਾ ਪੜ੍ਹੀ? ਮੈਂ ਕਿਹਦੇ ਨਾਲ ਨਮਾਜ਼ ਪੜ੍ਹਦਾ, ਤੁਸੀਂ ਨਹੀਂ ਪੜ੍ਹੀ? ਨਹੀਂ ਜੀ ਅਸੀਂ ਤਾਂ ਪੜ੍ਹੀ। ਕਹਿੰਦੇ ਤੁਸੀਂ ਊਠਕ ਬੈਠਕ ਕੀਤੀ ਹੈ। ਜਦੋਂ ਨਮਾਜ਼ ਪੜ੍ਹੀ ਜਾ ਰਹੀ ਸੀ ਤੁਹਾਡਾ ਦੋਨਾਂ ਦਾ ਧਿਆਨ ਨਮਾਜ਼ 'ਤੇ ਹੈ ਹੀ ਨਹੀਂ ਸੀ। ਇੱਕ ਦਾ ਤਾਂ ਧਿਆਨ ਘਰ ਗਿਆ ਸੀ ਵੀ ਇੱਕ ਵਛੇਰੀ ਹੈ ਕਿਤੇ ਖੂਹੀ 'ਚ ਨਾ ਡਿੱਗ ਪਏ, ਅਤੇ ਦੂਜੇ ਦਾ ਧਿਆਨ ਘੋੜੇ ਖਰੀਦਣ ਵਾਲਾ ਸੀ। ਹੈ ਸੀ ਨਾ ਕਦੇ? ਸੱਚੋ ਸੱਚ ਦੱਸੋ, ਅੱਲਾ ਦੇ ਘਰ 'ਚ ਬੈਠੇ ਹੋ। ਮੰਨ ਗਏ ਹਾਂ। ਇਸ ਲਈ ਕਹਿੰਦੇ ਗੁਰੂ ਮਹਾਰਾਜ ਕਹਿੰਦੇ ਜਦੋਂ ਤੁਹਾਡਾ ਧਿਆਨ ਹੀ ਨਹੀਂ, ਤੁਹਾਡੀ ਨਮਾਜ਼ ਪ੍ਰਵਾਨ ਹੀ ਨਹੀਂ ਹੋਈ। ਉਹ ਤੋਂ ਬਾਅਦ ਜਦੋਂ ਵੀ ਮੈਂ ਪਾਠ ਕਰਦਾ ਸੀ ਮੈਂ ਸੋਚਿਆ ਕਿ ਜੈਮਲ ਸਿੰਘ ਤੇਰੇ ਤਾਂ ਅੱਧਾ ਵੀ ਪ੍ਰਵਾਨ ਨਹੀਂ ਹੋਇਆ ਹੋਣਾ। ਜਿਹੜਾ ਤੂੰ ਪਾਠ ਕੀਤਾ ਨਾ ਇਹ ਤਾਂ ਅੱਧਾ ਵੀ ਨਹੀਂ ਪ੍ਰਵਾਨ ਹੋਇਆ ਹੋਣਾ, ਕਿਉਂਕਿ ਪਾਠ ਕਦੇ ਕਦੇ ਕਿਸੇ ਪਾਸੇ ਧਿਆਨ, ਕਦੇ ਕਿਸੇ ਪਾਸੇ ਧਿਆਨ। ਜੇ ਤੁਸੀਂ ਇੱਕ ਸੁਖਮਨੀ ਸਾਹਿਬ ਦਾ ਰੋਜ਼ ਪਾਠ ਕਰਦੇ ਹੋ ਸਮਝੋ ਤੀਜਾ ਕੁ ਹਿੱਸਾ ਪ੍ਰਵਾਨ ਹੋਣਾ, ਇਹ 8 ਕੁ ਅਸ਼ਟਪਦੀਆਂ ਪ੍ਰਵਾਨ ਹੋਣੀਆਂ। ਟੋਟਲ ਧਿਆਨ ਇੱਧਰ ਉੱਧਰ ਜਾਂਦਾ ਰਹਿੰਦਾ। ਅਤੇ ਇਸੇ ਲਈ ਸਾਵਧਾਨ ਇਕਾਗਰ ਚੀਤ ਕੇ ਭਾਈ ਸਾਵਧਾਨ ਹੋ ਕੇ ਭਜਨ ਬੰਦਗੀ ਕਰੋ ਤਾਂ ਜੋ ਸਾਡੀ ਹਾਜ਼ਰੀ ਦਰਗਾਹ ਦੇ ਵਿੱਚ ਲੱਗੇ। ਸਮਝਾਇਆ ਤੇ ਆ ਸੀ ਵੀ ਧਿਆਨ ਭਜਨ ਬੰਦਗੀ, ਜਦੋਂ ਭਜਨ ਬੰਦਗੀ ਕਹਿੰਦੇ ਧਿਆਨ ਭਜਨ ਬੰਦਗੀ ਵੱਲ ਹੋਣਾ ਚਾਹੀਦਾ ਹੈ। ਫਿਰ ਹੋਰ ਜਵਾਨ ਹੋ ਗਏ, ਹੁਣ ਵਿਆਹ ਕਰਨਾ ਸੀ। ਆਪ ਜੀ ਦੀ ਸ਼ਾਦੀ, ਤੁਹਾਡੇ ਕੋਈ ਡੇਰਾ ਬਾਬਾ ਨਾਨਕ ਗਿਆ ਹੋਣਾ ਹੱਦ 'ਤੇ, ਜਿਹੜਾ ਆਪਣਾ ਪਾਕਿਸਤਾਨ ਦੀ ਹੱਦ 'ਤੇ ਉਰਲਾ ਆਪਣਾ ਸ਼ਹਿਰ ਹੈ, ਪਰਾਂ ਕਰਤਾਰਪੁਰ ਹੈ। ਡੇਰਾ ਬਾਬਾ ਨਾਨਕ ਦੇ ਨਜ਼ਦੀਕ ਹੀ 2-3 ਕਿਲੋਮੀਟਰ 'ਤੇ ਪਿੰਡ ਹੈ ਕਿ ਪੱਖੋ ਕੇ, ਉੱਥੇ ਇੱਕ ਮੂਲ ਚੰਦ ਨਾਮ ਦੇ ਖੱਤਰੀ ਰਹਿੰਦੇ ਸਨ, ਹੈਨ ਉਹ ਵੀ ਪਟਵਾਰੀ ਸੀ। ਉਹਨਾਂ ਦੀ ਸਪੁੱਤਰੀ ਜਿਹੜੀ ਸੀ ਸੁਲੱਖਣੀ ਜੀ, ਉਹਨਾਂ ਨਾਲ ਆਪ ਦੀ ਸ਼ਾਦੀ ਹੋ ਗਈ। ਉਹਨਾਂ ਦਿਨਾਂ 'ਚ ਜਿਹੜੇ ਆਪ ਜੀ ਸਹੁਰਾ ਸਾਹਿਬ ਸਨ ਉਹ ਪਿੰਡ ਛੱਡ ਕੇ ਜਿਹੜਾ ਹੈ ਸ਼ਹਿਰ ਦੇ ਵਿੱਚ ਆ ਗਏ ਸਨ, ਬਟਾਲੇ। ਉਹਦੇ ਕੋਠੀ ਉਹਨਾਂ ਦੀ 3 ਮੰਜ਼ਲਾ ਬਿਲਡਿੰਗ ਸੀ ਉਹਨਾਂ ਦੀ। ਹਾਂਜੀ, ਅਮੀਰ ਸਨ, ਪਟਵਾਰੀ ਸਨ ਆਪਣੇ ਇਲਾਕੇ ਦੇ। ਉੱਥੇ ਬਟਾਲੇ ਆ ਗਏ ਸਨ। ਬਟਾਲੇ ਆ ਕੇ ਸ਼ਾਦੀ ਕੀਤੀ ਗਈ ਸੀ। ਖੈਰ ਸਮਾਂ ਪਾ ਕੇ 2 ਸਪੁੱਤਰ ਹੋਏ, ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ। ਪਰ ਆਪ ਦੀ ਡਿਊਟੀ ਧੁਰ ਦਰਗਾਹੋਂ ਹੋਰ ਕੰਮ ਲਈ ਲੱਗੀ ਹੋਈ ਹੈ। ਆਪ ਜੀ ਘਰ ਬਾਹਰ ਛੱਡ ਕੇ ਮਰਦਾਨਾ ਜੀ ਨੂੰ ਨਾਲ ਲੈ ਕੇ ਹੁਣ ਪ੍ਰਚਾਰ ਕਰਨ ਲਈ ਤੁਰ ਪਏ ਨੇ। ਸਭ ਤੋਂ ਪਹਿਲਾਂ ਉਹ ਪਹੁੰਚੇ ਨੇ ਐਮਨਾਬਾਦ। ਉੱਥੇ ਭਾਈ ਲਾਲੋ ਰਹਿੰਦਾ ਸੀ ਤਰਖਾਣ। ਕੋਈ ਪਿਛਲੇ ਜਨਮਾਂ ਦੇ ਸੰਬੰਧ ਸਨ ਗੁਰੂ ਮਹਾਰਾਜ ਦੇ ਉਹਦੇ ਨਾਲ। ਗੁਰੂ ਮਹਾਰਾਜ ਉਹਦੇ ਕੋਲ ਠਹਿਰੇ ਕਿ ਉਹ ਕਿਰਤੀ ਸੀ, ਦਸਨ ਉਹਦੀ ਕਿਰਤ ਕਰਕੇ ਆਪਣਾ ਪਰਿਵਾਰ ਪਾਲਦਾ ਸੀ। ਉੱਥੇ ਹੀ ਮਲਕ ਭਾਗੋ ਰਹਿੰਦਾ ਸੀ ਐਮਨਾਬਾਦ 'ਚ। ਉਹ ਅਮੀਰ ਬੰਦਾ ਸੀ।
ਹਰਾਮ ਦੀ ਉਹਨੂੰ ਕਮਾਈ ਸੀ, ਕਿਉਂਕਿ ਸਿੱਖ ਧਰਮ ਕਹਿੰਦਾ ਜਿਹੜਾ ਬਹੁਤਾ ਪੈਸਾ ਹੈ ਉਹ ਹਰਾਮ ਦੀ ਕਮਾਈ ਤੋਂ ਬਿਨਾਂ ਇਕੱਠਾ ਨਹੀਂ ਹੋ ਸਕਦਾ। ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆਂ ਸਾਥ ਨਾ ਜਾਏ। ਮਲਕ ਭਾਗੋ ਨੇ ਬਹੁਤ ਵੱਡਾ ਪ੍ਰੀਤੀ ਭੋਜ ਦੇਣਾ ਸੀ, ਜਿਵੇਂ ਆਪਾਂ ਲੰਗਰ ਲਾਉਂਦੇ ਹਾਂ। ਸਾਰੇ ਸਾਧੂ ਪੰਡਿਤ ਇਲਾਕੇ ਦੇ ਸੱਦ ਲਏ, ਗੁਰੂ ਨਾਨਕ ਦੇਵ ਨੇ ਸੱਦਿਆ। ਗੁਰੂ ਨਾਨਕ ਦੇਵ ਪਹਿਲਾਂ ਗਏ ਨਹੀਂ, ਫਿਰ ਵਾਰੀ ਵਾਰੀ ਸੁਨੇਹਾ ਆਉਣ 'ਤੇ ਕਹਿੰਦੇ ਭਾਈ ਲਾ ਲਓ ਕੋਈ ਰੋਟੀ ਹੈ ਕੋਧਰੇ ਦੀ ਘਰ 'ਚ? ਕਹਿੰਦੇ ਹਾਂ ਹੈ। ਕਹਿੰਦੇ ਉਹਨੂੰ ਪੌਣੇ 'ਚ ਲਪੇਟ ਲੈ, ਲੋੜ ਪੈਣੀ ਉਹਦੀ, ਨਾਲ ਲੈ ਚੱਲ। ਗੁਰੂ ਮਹਾਰਾਜ ਅਤੇ ਭਾਈ ਲਾਲੋ ਜੀ ਮਰਦਾਨਾ ਜੀ ਚੱਲ ਪਏ ਨੇ। ਮਲਕ ਭਾਗੂ ਕਹਿੰਦੇ ਤੁਸੀਂ ਬਹੁਤ ਦੇਰ ਲਾਤੀ ਹੈ ਜੀ, ਆਹ ਪੰਡਤ ਇਹ ਸਾਧੂ ਉਡੀਕ ਰਹੇ ਨੇ। ਗੁਰੂ ਮਹਾਰਾਜ ਕਹਿੰਦੇ ਅਸੀਂ ਤਾਂ ਰੋਟੀ ਖਾਧੀ ਹੋਈ, ਸਾਨੂੰ ਤਾਂ ਭੁੱਖ ਨਹੀਂ, ਅਸੀਂ ਨਹੀਂ ਖਾਣੀ। ਨਹੀਂ ਥੋੜ੍ਹੀ ਬਹੁਤੀ ਜ਼ਰੂਰ ਖਾਓ। ਕਹਿੰਦੇ ਅਸੀਂ ਤੇਰੀ ਰੋਟੀ ਨਹੀਂ ਖਾਣੀ। ਕਿਉਂ ਨਹੀਂ ਖਾਣੀ? ਕਹਿੰਦੇ ਦੇਖ ਜੇ ਸੱਚ ਬੋਲਿਆ ਨਾ ਤੈਨੂੰ ਕੌੜਾ ਲੱਗਣਾ। ਨਹੀਂ ਕਹ ਦੱਸੋ ਤਾਂ ਸਹੀ ਕਿਉਂ ਨਹੀਂ ਖਾਣੀ? ਕਿ ਤੇਰੀ ਰੋਟੀ ਹੈਗੀ ਹਰਾਮ ਦੀ, ਇਹ ਹਰਾਮ ਦੇ ਪੈਸਿਆਂ ਦੀ ਹੈ, ਅਸੀਂ ਹਰਾਮ ਦੇ ਪੈਸਿਆਂ ਦੀ ਬਣੀ ਹੋਈ ਰੋਟੀ ਨਹੀਂ ਖਾਣੀ। ਅੱਗ ਲੱਗ ਗਈ ਹੈ। ਸੱਚ ਹਮੇਸ਼ਾ ਹੀ ਕੌੜਾ ਹੁੰਦਾ। ਬਾਈਬਲ 'ਚ ਲਿਖਿਆ ਟਰੂਥ ਇਜ਼ ਆਲਵੇਜ਼ ਬਿਟਰ, ਸੱਚ ਹਮੇਸ਼ਾ ਕੌੜਾ ਹੁੰਦਾ। ਸੱਤੀ ਇੱਕ ਆਪਣੀ ਅੱਗ ਲੱਗ ਗਈ। ਤੁਹਾਨੂੰ ਕਿਵੇਂ ਪਤਾ ਮੈਨੂੰ ਹਰਾਮ ਦੀ ਕਮਾਈ ਹੈ? ਗੁਰੂ ਮਹਾਰਾਜ ਕਹਿੰਦੇ ਹੁਣੇ ਹੀ ਦੱਸ ਦਿੰਦੇ ਹਾਂ। ਕਹਿੰਦੇ ਲਿਆਓ ਫਿਰ ਕੀ ਕੁਛ ਬਣਾਇਆ, ਥਾਲੀ ਪਾ ਲੈਂਦਾ। ਸਿੱਖ ਇਤਿਹਾਸ 'ਚ ਲਿਖਿਆ ਵੀ ਗੁਰੂ ਮਹਾਰਾਜ ਇੱਕ ਪੂਰੀ ਫੜ ਲਈ, ਉਹਦੀ ਪੂੜੀ ਜਿਹਨੂੰ ਕਹਿੰਦੇ। ਭਾਈ ਲਾਲੜ ਨੂੰ ਕਹੇ ਤੂੰ ਵੀ ਆਪਣੀ ਰੋਟੀ ਦੇ ਦੇ, ਉਹਨੇ ਕੋਧਰੇ ਦੀ ਰੋਟੀ ਦੇ ਦਿੱਤੀ। ਗੁਰੂ ਮਹਾਰਾਜ ਖੜੇ ਹੀ ਸਨ, ਬੈਠੇ ਤਾਂ ਹੈ ਹੀ ਨਹੀਂ ਸਨ, ਖੜੇ ਹੀ ਸਨ। ਸਾਰੇ ਵੇਖਣ ਲੱਗ ਪਏ, ਜਿੰਨੇ ਵੀ ਪ੍ਰੀਤੀ ਭੋਜਨ ਖਾਣ ਆਏ ਸਨ। ਗੁਰੂ ਮਹਾਰਾਜ ਇੱਕ ਹੱਥ ਪੂਰੀ ਫੜ ਲਈ, ਦੂਜੇ ਹੱਥ ਕੋਧਰੇ ਦੀ ਰੋਟੀ ਫੜ ਲਈ। ਦੋਨਾਂ ਜਦੋਂ ਜ਼ੋਰ ਨਾਲ ਘੁੱਟਿਆ ਨਾ ਅਤੇ ਪੂੜੀ ਦੇ ਵਿੱਚੋਂ ਖੂਨ ਵਗ ਰਿਹਾ ਅਤੇ ਕੋਧਰੇ ਦੀ ਰੋਟੀ 'ਚੋਂ ਦੁੱਧ ਵਗ ਰਿਹਾ ਹੈ। ਬਸ ਫਿਰ ਹੁਣ ਧਰਤੀ ਵੇਹਲ ਨਹੀਂ ਦਿੰਦੀ ਮਲਕ ਭਾਗੋ ਨੂੰ। ਕਿਸੇ ਨੇ ਵੀ ਉਹਦੀ ਰੋਟੀ ਨਹੀਂ ਖਾਧੀ, ਸਾਰੇ ਕੀ ਕਰਕੇ ਉੱਠ ਗਏ। ਤਾਂ ਗੁਰੂ ਮਹਾਰਾਜ ਦੱਸਿਆ ਕਿ ਦਸਾਂ ਨੂੰ ਦੀ ਕਿਰਤ ਕਰਕੇ ਫਿਰ ਕਿਸੇ ਨੂੰ ਉਸ 'ਚ ਵੰਡੋ। ਹਰਾਮ ਦੀ ਕਮਾਈ ਦਾ ਕੀ ਹੈ? ਨਾ ਹਰਾਮ ਦੀ ਕਮਾਈ ਕਰੋ ਅਤੇ ਨਾ ਕਿਸੇ ਨੂੰ ਖਾਓ। ਸੋ ਸਿੱਖ ਧਰਮ ਦੇ ਵਿੱਚ ਗੁਰੂ ਘਰ ਦੇ ਵਿੱਚ ਵੀ ਸਿਰਫ ਉਹੀ ਦੇਗ, ਉਹੀ ਲੰਗਰ ਪ੍ਰਵਾਨ ਹੁੰਦਾ ਹੈ ਜਿਹੜਾ ਦਸਾਂ ਨੂੰ ਦੀ ਕਿਰਤ ਕਮਾਈ 'ਚੋਂ ਬਣਾਇਆ ਜਾਂਦਾ, ਦੂਜਾ ਨਹੀਂ ਪ੍ਰਵਾਨ ਹੁੰਦਾ। ਹਰਾਮ ਦੀ ਕਮਾਈ 'ਚੋਂ ਲੰਗਰ ਤਿਆਰ ਕਰਕੇ ਤੁਸੀਂ ਇੱਥੇ ਲੈ ਆਓ, ਹਰਾਮ ਦੀ ਕਮਾਈ 'ਚੋਂ ਦੇਗ ਤਿਆਰ ਕਰਕੇ ਤੁਸੀਂ ਲੈ ਆਓ। ਪਾਠੀ ਵਿਚਾਰੇ ਨੇ ਤਾਂ ਅਰਦਾਸ ਕਰ ਹੀ ਦੇਣੀ, ਅਰਦਾਸੀ ਨੇ ਤਾਂ, ਪਰ ਗੁਰੂ ਮਹਾਰਾਜ ਨੇ ਭੋਗ ਹੀ ਨਹੀਂ ਲਾਉਣਾ। ਹੈ ਤੇ ਕੜਾਹ ਨਾ, ਭੋਗ ਲੱਗਣ ਤੋਂ ਬਾਅਦ ਹੀ ਦੇਗ ਬਣਦੀ ਹੈ ਤੇ ਰੋਟੀਆਂ ਨਾ, ਪਰ ਭੋਗ ਲੱਗਣ ਤੋਂ ਬਾਅਦ ਲੰਗਰ ਹੋ ਜਾਂਦਾ ਹੈ। ਉਹ ਭੋਗ ਹੀ ਨਹੀਂ ਲੱਗਣਾ। ਗੁਰੂ ਮਹਾਰਾਜ ਨੇ ਪ੍ਰਵਾਨ ਹੀ ਨਹੀਂ ਕੀਤਾ। ਇਸ ਲਈ ਸਿੱਖ ਧਰਮ 'ਚ ਦਸਾਂ ਨੂੰ ਦੀ ਕਿਰਤ ਹੀ ਪ੍ਰਵਾਨ ਹੁੰਦੀ ਹੈ। ਆਹੀ ਉਹਨਾਂ ਨੇ ਸਮਝਾਉਣਾ ਸੀ ਵੀ ਹਰਾਮ ਦੀਆਂ ਕਮਾਈਆਂ ਤੁਸੀਂ ਛੱਡੋ। ਇੱਕ ਵਾਰੀ ਜਾ ਰਹੇ ਨੇ, ਮਰਦਾਨਾ ਜੀ ਬਾਬਾ ਜੀ ਭੁੱਖ ਬੜੀ ਲੱਗੀ। ਕਹਿੰਦੇ ਕੋਈ ਨਹੀਂ, ਥੋੜ੍ਹੀ ਦੇਰ ਬਾਅਦ ਬੇਦੀਆਂ ਦਾ ਪਿੰਡ ਆਵੇਗਾ, ਉੱਥੇ ਖਾ ਲਈ। ਜੰਗਲ ਤੋਂ ਬਾਹਰ ਨਿਕਲਦੇ, ਉਹ ਜਿਹੜਾ ਸਾਹਮਣੇ ਪਿੰਡ ਹੈ ਨਾ, ਇਹ ਬੇਦੀਆਂ ਦਾ। ਉਹਨਾਂ ਨੇ ਜਾ ਕੇ ਦੱਸੀ ਵੀ ਮੈਂ ਗੁਰੂ ਨਾਨਕ ਦੇ ਜਿਹੜੇ ਬੇਦੀ ਨੇ ਉਹਨਾਂ ਦਾ ਸੇਵਕ ਹਾਂ। ਇੱਕ ਗੱਲ ਯਾਦ ਰੱਖੀ, ਜਿੰਨੀ ਖਾਣੀ ਹੈ ਖਾ ਲਈ, ਕੋਈ ਲਾਲਚ ਨਹੀਂ ਕਰਨਾ। ਸਤ ਵਚਨ ਜੀ, ਮੈਂ ਦੇਖਿਆ ਭੁੱਖਾ ਬੰਦਾ ਗੱਲ ਮੰਨ ਲੈਂਦਾ, ਰੱਜ ਕੇ ਇਹਨੂੰ ਗੱਲ ਭੁੱਲ ਜਾਂਦੀ ਹੈ। ਸਤ ਵਚਨ ਜੀ, ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਤਾਂ ਬੇਦੀਆਂ ਦਾ ਸੇਵਾਦਾਰ ਹੈ, ਬੜਾ ਪਿੰਡ ਵਾਲਿਆਂ ਨੇ ਸੇਵਾ ਕੀਤੀ। ਤੁਰਨ ਵੇਲੇ ਕਿਸੇ ਨੇ ਦਰੀ ਦਿੱਤੀ, ਕਿਸੇ ਨੇ ਖੇਸ ਦਿੱਤਾ, ਕਿਸੇ ਨੇ ਚਾਦਰ ਦਿੱਤੀ ਸਤਿਕਾਰ ਵਜੋਂ। ਉਹਦੇ ਪੰਡ ਹੋ ਗਈ। ਪੰਡ ਬਣ ਲਈ, ਮਰਦਾਨੇ ਚੱਕੀ ਹੁੰਦੇ ਨੇ। ਗੁਰੂ ਮਹਾਰਾਜ ਹੱਸ ਪਏ, ਕਹਿੰਦੇ ਮਰਦਾਨਾ ਜੀ ਮੈਂ ਤੁਹਾਨੂੰ ਕੀ ਕਿਹਾ ਸੀ ਵੀ ਲਾਲਚ ਨਹੀਂ ਕਰਨਾ,
ਅਤੇ ਤੁਸੀਂ ਆ ਪੰਡ ਬੰਨੀ ਆਉਣੇ, ਆਪਾਂ ਤਾਂ ਪਤਾ ਨਹੀਂ ਕਿੱਥੇ ਕਿੱਥੇ ਕਿੰਨੇ ਸਾਲ ਫਿਰਨੇ, ਇਹਨਾਂ ਨੂੰ ਕਿੱਥੇ ਚੱਕੀ ਫਿਰੋਗੇ। ਅਤੇ ਉਹ ਸੋਝੀ ਆ ਗਈ ਵੀ ਹਾਂ ਗੱਲ ਤਾਂ ਗਲਤ ਹੋ ਗਈ। ਕਹਿੰਦੇ ਹੁਣ ਜੇ ਤਾਂ ਉਹਨਾਂ ਨੂੰ ਜਾ ਕੇ ਮੋੜਿਆ ਆਪਣੀ ਬੇਇੱਜ਼ਤੀ ਸਮਝਣਗੇ, ਉਹ ਪਿੰਡ ਉੱਥੇ ਗਰੀਬ ਇਲਾਕੇ ਚਲੇ ਜਾਓ, ਇੱਕ ਹੀ ਚੀਜ਼ ਸਾਰੇ ਗਰੀਬਾਂ 'ਚ ਵੰਡਿਓ। ਕਹਿੰਦੇ ਮਰਦਾਨਾ ਜੀ ਲਾਲਚ ਨਹੀਂ ਕਰੀ ਜਾਂਦਾ, ਜਿੰਨਾ ਚਾਹੀਦਾ ਓਨਾ ਹੀ ਲੈਣਾ ਚਾਹੀਦਾ। ਹਰ ਘਟਨਾ ਮੈਂ ਦੇਖਿਆ ਹੈ ਸਾਨੂੰ ਸਿੱਖਿਆ ਦਿੰਦੀ ਹੈ। ਗੁਰੂ ਨਾਨਕ ਦੇਵ ਇਹਨੂੰ ਕਹਿੰਦੇ ਨੇ ਕਥਾਵਾਂ। ਹਰ ਕਥਾ, ਹਰ ਘਟਨਾ ਮਹਾਨ ਪੁਰਖਾਂ ਦੇ ਜਿਹੜੇ ਜੀਵਨ 'ਚ ਮਿਲਦੀ ਹੈ, ਉਹ ਸਾਨੂੰ ਬਹੁਤ ਵੱਡੀ ਸਿੱਖਿਆ ਦੇ ਜਾਂਦੀ ਹੈ। ਉਸ ਤੋਂ ਬਾਅਦ ਫਿਰ ਮੁਲਤਾਨ ਦੇ ਇਲਾਕੇ ਇੱਕ ਹੈ ਕਿ ਜਗ੍ਹਾ ਤਲੰਬਾ, ਉੱਥੇ ਇੱਕ ਬੰਦਾ ਰਹਿੰਦਾ ਸੀ ਜਿਹੜਾ ਸਿੱਖ ਇਤਿਹਾਸ 'ਚ ਸੱਜਣ ਠੱਗ ਨਾਲ ਪ੍ਰਸਿੱਧ ਹੋਇਆ। ਉਹਨੇ ਆਪਣੇ ਦੋ ਨਾਂ ਰੱਖੇ ਸਨ, ਦੋ ਹੀ ਧਰਮਸ਼ਾਲਾਵਾਂ ਬਣਾਈਆਂ, ਇੱਕ ਮੁਸਲਮਾਨਾਂ ਲਈ, ਇੱਕ ਹਿੰਦੂਆਂ ਲਈ ਠਹਿਰਨ ਲਈ। ਜਿਹਦਾ ਮੁਸਲਮਾਨ ਕੀ ਹੁੰਦਾ ਸੀ, ਤੁਹਾਡਾ ਕੀ ਨਾਂ ਹੈ? ਕਹਿੰਦਾ ਮੇਰਾ ਨਾਂ ਸੱਜਣ ਸ਼ਾਹ। ਅਤੇ ਜੇ ਕੋਈ ਹਿੰਦੂ ਪੁੱਛਦਾ ਸੀ ਤੁਹਾਡਾ ਕੀ ਨਾਂ, ਕਹਿੰਦਾ ਮੇਰਾ ਨਾਂ ਸੱਜਣ ਮੱਲ। ਚਲੋ ਖੈਰ, ਹੈ ਠੱਗ ਸੀ। ਗੁਰੂ ਮਹਾਰਾਜ ਨੇ ਕਿਹਾ ਵੀ ਇਹੋ ਜਿਹੇ ਬੰਦੇ ਨੂੰ ਸੁਧਾਰਨਾ ਚਾਹੀਦਾ। ਗੁਰੂ ਮਹਾਰਾਜ ਵੀ ਆ ਗਏ। ਗੁਰੂ ਮਹਾਰਾਜ ਨੇ ਉਹਨੂੰ ਸਮਝਾਇਆ ਵੀ ਨਾਂ ਤੇਰਾ ਹੈਗਾ ਸੱਜਣ, ਅਤੇ ਤੂੰ ਤਾਂ ਠੱਗੀਆਂ ਕਰਦਾ ਹੈ। ਨਾਮ ਤੇਰਾ ਸੱਜਣ ਅਤੇ ਤੂੰ ਤਾਂ ਠੱਗੀਆਂ ਕਰਦਾ। ਇਹ ਜੋ ਤੈਨੂੰ ਹਿਸਾਬ ਕਿਤਾਬ ਦੇਣਾ ਪਿਆ ਤੇਰੇ ਲਈ ਬੜਾ ਔਖਾ ਹੋ ਜਾਣਾ ਹੈਗਾ। ਗੁਰੂ ਮਹਾਰਾਜ ਇੱਕ ਸ਼ਬਦ ਗਾਇਆ। ਹੁਣ ਉਸੇ ਵੇਲੇ ਦੇ ਗੁਰੂ ਨਾਨਕ ਦੇ ਸਨ, ਤੂੰ ਉਸੇ ਵੇਲੇ ਦਾ ਸੱਜਣ ਠੱਗ ਸੀ। ਗੱਲ ਸਾਰੀ ਸਮਝ ਆ ਰਹੀ ਸੀ। ਹੁਣ ਤਾਂ ਆਪਾਂ ਨੂੰ ਕਈ ਕੀਰਤਨ ਦੀਆਂ ਕਈ ਗੱਲਾਂ ਵਿੱਚ ਸਮਝ ਨਹੀਂ ਆਉਂਦੀ ਕਿ ਪੁਰਾਣਾ ਹੋ ਗਿਆ, 500 ਸਾਲ ਪੁਰਾਣਾ ਹੋ ਗਈ ਗੱਲ। ਸੱਜਣ ਠੱਗ ਨੂੰ ਆਪਣੀ ਗਲਤੀ ਮਹਿਸੂਸ ਹੋ ਗਈ। ਕਹਿੰਦੇ ਮੈਂ ਜੇ ਅੱਜ ਤੋਂ ਠੱਗੀਆਂ ਛੱਡੀਆਂ। ਠੀਕ ਹੈ, ਗੁਰੂ ਮਹਾਰਾਜ ਠੱਗੀਆਂ ਦਾ ਜਿੰਨਾ ਮਾਲ ਤੇਰੇ ਕੋਲ ਹੈ ਨਾ, ਇਹ ਤੂੰ ਗਰੀਬਾਂ 'ਚ ਵੰਡ ਦੇ, ਫਿਰ ਤੈਨੂੰ ਮੁਆਫੀ ਮਿਲ ਸਕਦੀ ਹੈ। ਉਹ ਵੀ ਬੰਦਾ ਗ੍ਰੇਟ ਨਿਕਲਿਆ, ਸਾਰਾ ਕੁਛ ਗਰੀਬਾਂ 'ਚ ਵੰਡਿਆ, ਜੀਵਨ ਮੁੱਢੋਂ ਸੁੱਢੋਂ ਸ਼ੁਰੂ ਕਰ ਲਿਆ। ਜੇ ਮੰਨ ਲਓ ਮੈਂ ਐਸੇ ਮਹਿਕਮੇ 'ਚ ਮੈਂ ਜਿੱਥੇ ਹਰਾਮ ਦੀ ਕਮਾਈ ਬਹੁਤ ਹੋਵੇ ਅਤੇ ਮੈਂ 2-3 ਕਰੋੜ ਰੁਪਈਆ ਕਮਾ ਲਾਂ ਅਤੇ ਫਿਰ ਕਹੇ ਹੇ ਸੱਚੇ ਪਾਤਸ਼ਾਹ ਅੱਜ ਤੋਂ ਮੈਂ ਰਿਸ਼ਵਤ ਲੈਣੀ ਛੱਡੀ। ਅਤੇ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਪਹਿਲਾਂ 2-3 ਕਰੋੜ ਕਮਾ ਲਏ ਉਹਦਾ ਹਿਸਾਬ ਕੌਣ ਦਿਓ? ਇਸ ਲਈ ਗੁਰੂ ਮਹਾਰਾਜ ਕਹਿੰਦੇ ਸਾਰਾ ਕੁਛ ਵੰਡਿਆ, ਜਿੰਨਾ ਵੀ ਤੂੰ ਲੁੱਟਦਾ ਮਾਲ ਤੇਰੇ ਕੋਲ ਹੈ ਸਾਰਾ ਵੰਡਿਆ। ਗੁਰੂ ਮਹਾਰਾਜ ਫਿਰ ਕਿਰਪਾ ਕੀਤੀ, ਸਿੱਖ ਧਰਮ ਦਾ ਉਹਨੂੰ ਗਿਆਨ ਦਿੱਤਾ ਅਤੇ ਮੁਲਤਾਨ ਇਲਾਕੇ ਦਾ ਉਹਨੂੰ ਜੇ ਧਰਮ ਦਾ ਪ੍ਰਚਾਰ ਕਰਾਤਾ। ਜਿਸ ਦੇ ਕੋਲ ਵੀ ਗੁਰੂ ਮਹਾਰਾਜ ਗਏ ਜਾਂ ਜਿਹੜਾ ਵੀ ਗੁਰੂ ਮਹਾਰਾਜ ਕੋਲ ਆਇਆ ਉਹ ਬਦਲ ਗਿਆ। ਕਿਉਂ? ਗੁਰੂ ਨਾਨਕ ਦੇਵ ਮਹਾਰਾਜ ਦੀ ਕਮਾਈ ਹੀ ਇਤਨੀ ਜ਼ਿਆਦਾ ਸੀ ਕਿ ਉਹਨਾਂ ਦੇ ਬੋਲਾਂ 'ਚ ਇੰਨੀ ਜ਼ਿਆਦਾ ਤਾਕਤ ਸੀ ਕਿ ਕੋਈ ਨਾ ਹੀ ਨਹੀਂ ਸੀ ਕਰਦਾ, ਨਾ ਹੀ ਨਹੀਂ ਸੀ ਕਰਦਾ। ਆਪ ਜੀ ਯਾਤਰਾ ਕਰਦੇ ਕਰਦੇ ਪਟਨਾ ਸਾਹਿਬ ਚਲੇ ਗਏ। ਮਰਦਾਨਾ ਜੀ ਕਹਿੰਦੇ ਬਾਬਾ ਜੀ ਤੁਸੀਂ ਕਹਿੰਦੇ ਨਾਮ ਜਪੋ, ਨਾਮ ਜਪੋ, ਇਹ ਨਾਮ ਕਿਉਂ ਨਹੀਂ ਲੋਕ ਜਪਦੇ? ਇਹ ਕਿਉਂ ਨਹੀਂ ਜਪਦੇ? ਕਦੇ ਮਰਦਾਨਾ ਜੀ ਇਹਨਾਂ ਨੂੰ ਨਾਮ ਦੀ ਮਹਿਮਾ ਦਾ ਹੀ ਨਹੀਂ ਪਤਾ। ਜਿੰਨਾ ਚਿਰ ਨਾਮ ਦੀ ਮਹਾਨਤਾ ਦਾ ਨਹੀਂ ਪਤਾ ਲੱਗਦਾ ਉਹਨਾਂ ਚਿਰ ਲੋਕ ਨਹੀਂ ਨਾਮ ਜਪਦੇ। ਕਹਿੰਦੇ ਲੈ ਮੈਂ ਤੈਨੂੰ ਦੱਸਦਾ। ਗੁਰੂ ਮਹਾਰਾਜ ਪੈਰ ਦੇ ਅੰਗੂਠੇ ਨਾਲ ਮਿੱਟੀ ਪਰਾਂ ਹਟਾਏ, ਵਿੱਚੋਂ ਇੱਕ ਹੀਰਾ ਨਿਕਲਿਆ ਜਿਹਨੂੰ ਕਿ ਲਾਲ। ਕਹਿੰਦਾ ਮਰਦਾਨਾ ਜੀ ਵੇਚਣਾ ਨਹੀਂ, ਸਿਰਫ ਇਹਦੀ ਕੀਮਤ ਪੁੱਛ ਕੇ ਆਉਣੀ। ਸ਼ਹਿਰ 'ਚ ਚਲੇ ਗਏ, ਪਟਨਾ ਸ਼ਹਿਰ 'ਚ। ਕੋਈ ਕਹਿੰਦੇ ਰੁਪਈਆ ਲੈਣਾ, ਕੋਈ ਕਹਿੰਦੇ 2 ਰੁਪਈਏ ਲੈਣੇ, ਕੋਈ ਕਹਿੰਦਾ ਆ ਕੱਪੜੇ ਲੈਣੇ ਨੇ। ਥੋੜ੍ਹੀ ਥੋੜ੍ਹੀ ਕੀਮਤ ਪਾਉਂਦੇ ਨੇ। ਗੁਰੂ ਮਹਾਰਾਜ ਕਿਹਾ ਵੀ ਇਹ ਨਾ ਕੀਮਤੀ ਬਹੁਤ ਹੈ ਮਰਦਾਨਾ ਜੀ, ਇਹ ਸਸਤਾ ਨਹੀਂ, ਬਹੁਤ ਕੀਮਤੀ ਹੈ, ਚਲੋ ਪਤਾ ਕਰੋ ਜਾ ਕੇ। ਕਿਸੇ ਨੇ ਕਿਹਾ ਭਾਈ ਤੂੰ ਇਹ ਵੇਚਣਾ, ਇੱਥੇ ਨਾ ਸਭ ਤੋਂ ਵੱਡਾ ਜੌਹਰੀ ਹੈ ਸਾਲਸਰਾਏ, ਤੂੰ ਉਹਦੇ ਕੋਲ ਚਲੇ ਜਾ। ਉਹਦੇ ਕੋਲ ਗਿਆ ਦਾ ਨੌਕਰ ਅਧਰੱਕਾ ਸੀ, ਉਹ ਦੁਕਾਨ 'ਤੇ ਬੈਠਾ ਸੀ। ਉਹਨੇ ਦੇਖਿਆ ਕੋਈ ਮਹਾਤਮਾ ਆਇਆ ਕੱਪੜੇ ਵੇਚ। ਕਹਿੰਦਾ ਹਾਂਜੀ ਕਿਵੇਂ ਆਏ ਹੋ? ਕਹਿੰਦੇ ਮੈਂ ਨਾ ਲਾਲ ਵੇਚਣਾ।
ਹੁਣ ਆਖਰਕਾਰ ਜੌਹਰੀ ਦਾ ਨੌਕਰ ਵੀ ਤਾਂ ਗਿਆਨ ਹੋ ਜਾਂਦਾ ਨਾ ਸਾਰਾ। ਉਹਨੇ ਦੇਖਿਆ ਵੀ ਤਾਂ ਬਹੁਤ ਕੀਮਤੀ ਲਾਲ ਹੈ। ਉਹਨੇ ਜਾ ਕੇ ਮਾਲਕ ਨੂੰ ਦੱਸਿਆ ਵੀ ਇੱਕ ਬਹੁਤ ਕੀਮਤੀ ਲਾਲ ਲੈ ਕੇ ਵੇਚਣ ਆਇਆ। ਸਾਲਸਰਾ ਵੀ ਠਾ ਗਏ। ਜਦੋਂ ਸਾਲਸਰਾ ਨੇ ਲਾਲ ਵੇਖਿਆ ਨਾ, ਸਾਲਸਰਾ ਕਹਿੰਦਾ ਅਦਰਕੇ ਇੱਕ ਥਾਲੀ ਲਿਆ, ਇੱਕ ਰੁਮਾਲ ਲਿਆ, ਸੋਨੇ ਦੀਆਂ ਮੋਹਰਾਂ ਲੈ ਕੇ ਆ ਕੁਛ। ਉਹ ਜਦੋਂ ਆ ਗਿਆ ਸਭ ਕੁਛ, ਉਹਨੇ ਲਾਲ ਥਾਲੀ 'ਚ ਰੱਖ ਲਿਆ, ਉੱਤੇ ਕੱਪੜਾ ਦਿੱਤਾ ਮੋਹਰਾਂ ਰੱਖ ਕੇ, ਮੱਥਾ ਟੇਕਿਆ ਸਾਲਸਰਾ ਨੇ। ਮਰਦਾਨਾ ਸੋਚਦੇ ਨੇ ਵੀ ਹਾਂ ਇਹਨੇ ਤਾਂ ਬਹੁਤ ਕੀਮਤ ਪਾਈ ਹੈ, ਕਿੰਨੀ ਕੀਮਤ ਪਾਤੀ ਹੈ। ਉਹ ਕਹਿੰਦੇ ਤੁਸੀਂ ਕਿੱਥੋਂ ਆਏ ਹੋ? ਕਹਿੰਦੇ ਮੈਂ ਪੰਜਾਬ ਤੋਂ ਆਇਆ। ਕਿਹਦੇ ਨਾਲ? ਮੈਂ ਕਹਿੰਦੇ ਗੁਰੂ ਨਾਨਕ ਦੇਵ ਜੀ ਨਾਲ। ਕਹਿੰਦੇ ਅੱਛਾ ਅੱਛਾ, ਅਸੀਂ ਉਹਨਾਂ ਦਾ ਨਾਮ ਸੁਣਿਆ ਹੋਇਆ ਹੈ। ਕਹਿੰਦੇ ਦੇਖੋ ਮਹਾਤਮਾ ਜੀ, ਇਹ ਲਾਲ ਨਾ ਬਹੁਤ ਕੀਮਤੀ ਹੈ, ਮੈਂ ਇਕੱਲਾ ਇਹਦੀ ਕੀਮਤ ਨਹੀਂ ਪਾ ਸਕਦਾ। ਜੇ ਤੁਸੀਂ ਵੇਚਣਾ, ਮੈਂ ਆਲੇ ਦੁਆਲੇ ਦੇ ਸਾਰੇ ਜੌਹਰੀ ਸੱਦ ਲਾਂਗਾ, ਉਹ ਰਲ ਕੇ ਜਿੰਨੀ ਕੀਮਤ ਪਾਉਣਗੇ, ਅਗਰ ਉਨੇ ਪੈਸੇ ਮੇਰੇ ਕੋਲ ਹੋਏ ਫਿਰ ਮੈਂ ਖਰੀਦ ਲਾਂਗਾ। ਅਤੇ ਉਹ ਕਹਿੰਦਾ ਵੀ ਆਹ ਜਿਹੜੇ ਤੁਸੀਂ ਮੋਹਰਾਂ ਰੱਖੀਆਂ ਥਾਲੀ, ਕਹਿੰਦੇ ਇਹ ਤਾਂ ਜਿਹੜਾ ਦਰਸ਼ਨੀ ਭੇਟ ਹੈ, ਵੀ ਬਹੁਤ ਵਧੀਆ ਲਾਲ ਦੇ ਮੈਂ ਦਰਸ਼ਨ ਕੀਤੇ ਅਤੇ ਦਰਸ਼ਨੀ ਭੇਟ ਹੈ, ਇਹਦੀ ਕੀਮਤ ਨਹੀਂ ਹੈ। ਬਾਕੀ ਕਿੱਥੇ ਤੁਸੀਂ ਬੈਠਣ? ਕਿ ਗੰਗਾ ਦੇ ਕੰਢੇ 'ਤੇ ਬੈਠੇ। ਕਹਿੰਦੇ ਮੈਂ ਲੰਗਰ ਪਾਣੀ ਲੈ ਕੇ ਆਇਆ, ਲੈ ਕੇ ਆ ਰਿਹਾ, ਤੁਸੀਂ ਉੱਥੇ ਬੈਠੋ। ਮਰਦਾਨਾ ਚਲੇ ਗਏ। ਗੁਰੂ ਮਹਾਰਾਜ ਪੁੱਛੇ ਕਿਵੇਂ ਫਿਰ? ਹਾਂ ਕਹਿੰਦਾ ਜੀ ਬਾਕੀਆਂ ਨੂੰ ਤਾਂ ਕੋਈ ਕੀਮਤ ਨਹੀਂ ਪਾਈ, ਕਿਸੇ ਨੇ ਚਵਾਨੀ 98 ਰੁਪਈਆ 2 ਰੁਪਏ। ਕਹਿੰਦੇ ਉਹ ਸਾਲਸਰਾ ਜੌਹਰੀ ਸੀ, ਉਹ ਕਹਿੰਦੇ ਤਾਂ ਇੰਨਾ ਕੀਮਤੀ ਹੈ ਵੀ ਮੈਂ ਇਕੱਲਾ ਦੀ ਕੀਮਤ ਹੀ ਨਹੀਂ ਪਾ ਸਕਦਾ। ਕਹਿੰਦੇ ਮਰਦਾਨਾ ਜੀ, ਇਸੇ ਤਰ੍ਹਾਂ ਨਾਮ ਦੀ ਕੀਮਤ ਵੀ ਕੋਈ ਵਿਰਲਾ ਟਾਵੇਂ ਜਾਣਦਾ ਹੈ। ਆਮ ਲੋਕਾਂ ਨੂੰ ਕੀ ਪਤਾ ਨਾਮ ਦੀ ਕੀ ਕੀਮਤ ਹੈ, ਇਸ ਲਈ ਨਾਮ ਨਹੀਂ ਜਪਦੇ। ਜਿਵੇਂ ਆਮ ਲੋਕਾਂ ਨੂੰ ਨਹੀਂ ਸੀ ਪਤਾ ਸੀ ਹੀਰੇ ਦੀ ਕਿੰਨੀ ਕੀਮਤ ਹੈ, ਪਰ ਜੌਹਰੀ ਨੂੰ ਪਤਾ ਸੀ, ਇਸ ਲਈ ਨਾਮ ਦੀ ਕੀਮਤ ਦੇ ਮਰਦਾਨਾ ਜੀ ਜਿਹੜਾ ਜਾਣ ਲੈਂਦਾ ਨਾ, ਫਿਰ ਉਹ ਨਾਮ ਹੀ ਜਪਦਾ ਰਹਿੰਦਾ, ਫਿਰ ਹੋਰ ਕੁਛ ਨਹੀਂ ਕਰਦਾ ਹੈ। ਇਹਨਾਂ ਲੋਕਾਂ ਨੂੰ ਨਾਮ ਦੀ ਕੀਮਤ ਦਾ ਹੀ ਨਹੀਂ ਪਤਾ ਹੈ। ਸਾਨੂੰ ਅਜੇ ਤੱਕ ਵੀ ਪੂਰੀ ਤਰ੍ਹਾਂ ਕੀਮਤ ਨਹੀਂ ਪਤਾ ਲੱਗੀ। ਅਜੇ ਵੀ ਅਸੀਂ ਬਹੁਤ ਸਾਰਾ ਸਮਾਂ ਐਵੇਂ ਹੀ ਬਰਬਾਦ ਕਰ ਦਿੰਦੇ। ਅਸੀਂ ਦਿਨ ਦੇ ਕਈ ਘੰਟੇ ਬਿਨਾਂ ਨਾਮ ਜਪੇ, ਹਾਲਾਂਕਿ ਵਿਹਲੇ ਹੁੰਦੇ ਹਾਂ, ਕੋਈ ਕੰਮ ਨਹੀਂ ਹੈਗਾ, ਉਂਝ ਹੀ ਗੱਲਾਂ ਬਾਤਾਂ ਕਰਕੇ, ਅਖਬਾਰ ਪੜ੍ਹ ਕੇ, ਜਿੱਧਰ ਉੱਧਰ ਫਿਰ ਤੁਰ ਕੇ ਸਮਾਂ ਬਰਬਾਦ, ਕਿਉਂਕਿ ਸਾਨੂੰ ਅਜੇ ਨਾਮ ਦੀ ਮਹਿਮਾ ਦਾ ਹੀ ਨਹੀਂ ਪਤਾ ਲੱਗਾ। ਮੱਧ ਪ੍ਰਦੇਸ਼ 'ਚੋਂ ਲੰਘ ਰਿਹਾ, ਜਬਲਪੁਰ ਦਾ ਇਲਾਕਾ ਆ ਰਿਹਾ, ਜੰਗਲ ਦੇ ਵਿੱਚ ਕੌਡੇ ਸ਼ਾਹ ਰਹਿੰਦਾ। ਉਹ ਬੰਦੇ ਮਾਰ ਮਾਰ ਕੇ ਖਾਂਦਾ, ਇਸ ਲਈ ਉਹਦੇ ਨਾਮ ਨਾਲ ਲੱਗ ਗਿਆ ਕੌਡਾ ਰਾਖਸ਼। ਹੋਰ ਕੋਈ ਉਹਦੀ ਸ਼ਕਲ ਸੂਰਤ ਰਾਖਸ਼ਾਂ ਵਾਲੀ ਨਹੀਂ ਸੀ। ਕਿਤੇ ਤੁਸੀਂ ਸਮਝੋ ਕੋਈ ਪਤਾ ਨਹੀਂ ਸਿੰਘ ਹੁੰਦੇ ਹੋਣਗੇ, ਪਤਾ ਨਹੀਂ ਕਿਹੋ ਜਿਹੀ ਹੁੰਦੀ, ਬੰਦਾ ਹੀ ਸੀ। ਚੋਰੀ ਕਰ ਲਓ ਜਿਹਨੂੰ ਚੋਰ ਕਹਿਣ ਲੱਗ ਜਾਣਗੇ, ਡਾਕੇ ਮਾਰਨ ਨੂੰ ਡਾਕੂ ਹੁੰਦਾ ਤਾਂ ਬੰਦਾ ਹੀ ਹੈ। ਰਾਖਸ਼ਾਂ ਵਾਲੇ ਕੰਮ ਕਰਦਾ ਸੀ, ਬੰਦੇ ਮਾਰ ਮਾਰ ਕੇ ਤਲ ਤਲ ਕੇ ਖਾਂਦਾ ਸੀ। ਗੁਰੂ ਮਹਾਰਾਜ ਨੂੰ ਸਮਝਾਇਆ ਕਿ ਤੈਨੂੰ ਮਨੁੱਖਾ ਜੀਵਨ ਇਸ ਲਈ ਨਹੀਂ ਮਿਲਿਆ, ਇਹ ਮਨੁੱਖਾ ਜੀਵਨ ਬੜਾ ਕੀਮਤੀ ਹੈ, ਇਹ ਤਾਂ ਤੈਨੂੰ ਨਾਮ ਜਪਣ ਲਈ ਮਿਲਿਆ ਹੋਇਆ ਹੈ, ਅਤੇ ਤੂੰ ਆ ਬੰਦੇ ਮਾਰਨ 'ਤੇ ਲੱਗਿਆ ਹੋਇਆ ਹੈ। ਜਦ ਸਮਝਾਇਆ ਗੱਲ ਸਮਝ ਆ ਗਈ। ਰਾਖਸ਼ ਪੁਣਾ ਛੱਡ ਦਿੱਤਾ ਹੈ। ਗੁਰੂ ਮਹਾਰਾਜ ਨੇ ਗਿਆਨ ਦਿੱਤਾ ਅਤੇ ਉਸ ਨੂੰ ਮੱਧ ਪ੍ਰਦੇਸ਼ ਦਾ ਪ੍ਰਚਾਰਕ ਲਾਤਾ, ਕੌਡੇ ਰਾਖਸ਼ ਨੂੰ। ਬਦਕਿਸਮਤੀ ਮਨੁੱਖ ਦੀ ਕੀ ਹੁੰਦੀ ਹੈ ਕਿ ਉਹ ਧਰਮ ਦਾ ਪ੍ਰਚਾਰਕ ਵੀ ਹੋ ਗਿਆ ਹੈ, ਪਰ ਨਾਲੋਂ ਠੱਗ ਅਤੇ ਰਾਖਸ਼ ਸ਼ਬਦ ਨਹੀਂ ਉਤਰੇ। ਇਹ ਜਿਹੜੇ ਇੱਕ ਵਾਰੀ ਕਲੰਕ ਲੱਗ ਜਾਏ ਨਾ ਬੰਦੇ ਨੂੰ, ਇਹ ਬੜਾ ਔਖਾ ਲੈਂਦਾ ਹੈ। ਇਸ ਲਈ ਗੁਰੂ ਅੱਗੇ ਅਰਦਾਸ ਕਰੇ, ਸੱਚੇ ਪਾਤਸ਼ਾਹ ਕਿਰਪਾ ਕਰੇ ਕੋਈ ਕਲੰਕ ਨਾ ਲੱਗ ਜਾਏ। ਇਹ ਖਾਨਦਾਨ ਨੂੰ ਲੱਗ ਜਾਣਾ, ਇਕੱਲੇ ਮੇਰੇ ਨਹੀਂ, ਖਾਨਦਾਨ ਨੂੰ ਹੀ ਕਲੰਕ ਲੱਗ ਜਾਂਦਾ ਹੁੰਦਾ ਹੈ। ਆਪ ਜੀ ਇੱਕ ਵਾਰੀ ਨੀਲੀ ਬਾਰ ਦੇ ਜੰਗਲਾਂ 'ਚ ਲੰਘ ਰਿਹਾ ਸੀ। ਉੱਥੇ ਇੱਕ ਕਰਮੂ ਕੋਹੜੀ ਜਿਹੜਾ ਹੈ ਪਿੰਡ ਤੋਂ ਬਾਹਰ ਛਪਰੀ 'ਚ ਰਹਿ ਰਿਹਾ ਹੈ। ਗੁਰੂ ਮਹਾਰਾਜ ਨੇ ਉਹਨੂੰ ਤੰਦਰੁਸਤ ਕੀਤਾ। ਉਹ ਕਹਿੰਦਾ ਮਹਾਰਾਜ ਜੀ ਮੈਨੂੰ ਕੋਹੜ ਕਿਉਂ ਹੋਇਆ?
ਕਹਿੰਦੇ ਕਰਮੂ, ਪਿਛਲੇ ਜਨਮ ਤੂੰ ਬ੍ਰਾਹਮਣਾਂ ਦੀ ਲੜਕੀ ਨਾਲ ਬਲਾਤਕਾਰ ਕੀਤਾ ਸੀ। ਉਸ ਲੜਕੀ ਦਾ ਪਿਤਾ ਤੇਰਾ ਦੋਸਤ ਸੀ, ਉਹਨੇ ਕਿਤੇ ਜਾਣਾ ਸੀ, ਉਹ ਤੇਰੀ ਮਗਰੋਂ ਡਿਊਟੀ ਲਾ ਗਿਆ, ਤੂੰ ਇਕੱਲੀ ਲੜਕੀ ਉਹਦੀ ਜਵਾਨ ਵੇਖ ਕੇ ਉਹਦੇ ਨਾਲ ਬਲਾਤਕਾਰ ਕੀਤਾ, ਉਹ ਤੈਨੂੰ ਸਰਾਪ ਲੱਗ ਗਿਆ, ਇਸ ਕਰਕੇ ਤੈਨੂੰ ਕੋੜ ਹੋ ਗਿਆ ਹੈ। ਹੁਣ ਤੂੰ ਬਹੁਤ ਦੁੱਖ ਭੋਗ ਲਿਆ, ਸਾਨੂੰ ਤੇਰੇ 'ਤੇ ਤਰਸ ਆ ਗਿਆ, ਤੇਰਾ ਕੋੜ ਦੂਰ ਕਰਤਾ, ਮਾੜੇ ਕੰਮ ਨਹੀਂ ਕਰੀਦੇ। ਸਮਝਾਇਆ, ਐਵੇਂ ਨਹੀਂ ਸਾਨੂੰ ਵੱਡੀਆਂ ਵੱਡੀਆਂ ਬਿਮਾਰੀਆਂ ਲੱਗਦੀਆਂ, ਉਹਦਾ ਕੋਈ ਕਾਰਨ ਹੁੰਦਾ ਹੈ। ਸਾਡੇ ਹੀ ਪਾਪ ਕਰਮ ਜਿਹੜੇ ਨੇ ਫਿਰ ਇਹਨਾਂ ਦੁੱਖਾਂ ਦਾ ਕਾਰਨ ਬਣਦੇ ਹਨ। ਇਸ ਲਈ ਸਿੱਖ ਧਰਮ ਕਹਿੰਦਾ ਸਹੀ ਜੀਵਨ ਜਿਵੋ, ਆਪਣੇ ਚਾਲ ਚੱਲ ਨੂੰ ਉੱਚਾ ਰੱਖੋ, ਸੁਚੱਜਾ ਜੀਵਨ ਜਿਵੋ। ਜੀਵਨ ਸਮਾਜ ਲਈ ਲਾਭਦਾਇਕ ਹੋਣਾ ਚਾਹੀਦਾ ਹੈ, ਨਾ ਕਿ ਨੁਕਸਾਨਦਾਇਕ ਹੋਵੇ। ਇੱਕ ਵਾਰੀ ਲਾਹੌਰ ਗਏ, ਉੱਥੇ ਸੇਠ ਦੁਨੀ ਚੰਦ ਰਹਿੰਦਾ ਸੀ, ਬਹੁਤ ਅਮੀਰ। ਪਤਾ ਲੱਗਾ ਵੀ ਇਹ ਆਪਣੇ ਬਾਪ ਦਾ ਸ਼ਰਾਧ ਕਰ ਰਿਹਾ ਹੈ। ਗੁਰੂ ਮਹਾਰਾਜ ਚਲੇ ਗਏ, ਚਲੋ ਸਤਿਕਾਰ ਕੀਤਾ ਮਹਾਤਮਾ। ਕਹਿੰਦੇ ਦੁਨੀ ਚੰਦ, ਤੂੰ ਕਾਹਦੇ ਲੰਗਰ ਲਾਏ ਹੋਏ ਨੇ? ਕਹਿੰਦੇ ਜੀ ਮੈਂ ਆਪਣੇ ਬਾਪ ਦਾ ਸ਼ਰਾਧ ਕਰ ਰਿਹਾ। ਕਹਿ ਤੈਨੂੰ ਪਤਾ ਤੇਰਾ ਬਾਪ ਕੀ ਬਣ ਗਿਆ ਹੈ? ਕਹਿੰਦੇ ਜੀ ਤਾਂ ਮੈਨੂੰ ਪਤਾ ਨਹੀਂ ਹੈ। ਕਹਿੰਦੇ ਤੇਰਾ ਬਾਪ ਤਾਂ ਬਘਿਆੜ ਬਣਿਆ ਹੋਇਆ, ਉਹ ਫਲਾਣੇ ਜੰਗਲ 'ਚ ਰਹਿੰਦਾ, ਉਹ ਕਈ ਦਿਨਾਂ ਦਾ ਭੁੱਖਾ, ਜਿੰਨੇ ਦਿਨਾਂ ਤੂੰ ਸ਼ਰਾਧ ਦਾ ਲਾ ਰਿਹਾ ਨਾ, ਉਨੇ ਦਿਨ ਦਾ ਭੁੱਖਾ ਬੈਠਾ ਹੋ। ਕਈ ਤੁਹਾਨੂੰ ਕੀ ਪਤਾ ਹੈ? ਕਹਿੰਦੇ ਐਂ ਕਰ, ਲਿਆ ਲੰਗਰ ਥਾਲੀ ਭਰ ਕੇ ਲੈ ਆ। ਕਹਿੰਦੇ ਲਾਹੌਰ ਤੋਂ ਪਿਸ਼ਾਵਰ ਨੂੰ ਸੜਕ ਜਾ ਰਹੀ ਨਾ, ਜਿਹੜੀ ਜਰਨੈਲੀ ਸੜਕ ਸੀ ਨਾ, ਸ਼ੇਰ ਸ਼ਾਹ ਸੂਰੀ ਨੇ ਕਲਕੱਤਾ ਤੋਂ ਪਿਸ਼ਾਵਰ ਤੱਕ ਬਣਾਈ ਸੀ ਬੰਦੇ ਨੇ। ਕਲਕੱਤਾ ਤੋਂ ਪਿਸ਼ਾਵਰ ਤੱਕ ਸੜਕ ਬਣਾਈ ਸੀ, ਲਾਹੌਰ ਦੇ ਵਿੱਚੋਂ ਦੀ ਲੰਘਦੀ। ਕਹਿੰਦੇ ਇਹ ਜਿਹੜੀ ਪਿਸ਼ਾਵਰ ਨੂੰ ਸੜਕ ਜਾ ਰਹੀ ਨਾ, ਇਹ ਤੋਂ 5 ਮੀਲ ਦੂਰ ਇੱਕ ਸੂਆ ਆਵੇਗਾ, ਜਿੱਧਰ ਨੂੰ ਪਾਣੀ ਜਦੋਂ ਉੱਧਰ ਨੂੰ ਹੋ ਜਾਈ, ਕਈ ਦੂਰੀ 'ਤੇ ਜਾ ਕੇ ਜੰਗਲ ਆਵੇਗਾ, ਜੰਗਲ 'ਚ ਤੇਰਾ ਬਾਪ ਬਘਿਆੜ ਬਣਿਆ ਹੋਇਆ ਹੈ। ਕਹਿੰਦਾ ਮੈਨੂੰ ਕਿਵੇਂ ਪਤਾ ਲੱਗੇਗਾ? ਕਹਿੰਦਾ ਬਘਿਆੜ ਤੈਨੂੰ ਵੇਖ ਕੇ ਤੇਰੇ ਕੋਲ ਆ ਜਾਏਗਾ, ਇਹ ਫਿਰ ਰੋਟੀ ਉਹਨੂੰ ਦੇਈ ਖਾਣ ਨੂੰ, ਫਿਰ ਉਹ ਬੰਦੇ ਦਾ ਰੂਪ ਧਾਰੇਗਾ, ਫਿਰ ਤੈਨੂੰ ਦੱਸੇਗਾ। ਉਹਨੇ ਇੱਕ ਦੋ ਨਾਲ ਨੌਕਰ ਲੈ ਲਿਆ, ਅਮੀਰ ਬੰਦਾ ਸੀ, ਤੇ ਲੈ ਕੇ ਬਾਕੀ ਬਘਿਆੜ ਬੈਠਾ। ਬਘਿਆੜ ਨੇੜੇ ਆ ਗਿਆ, ਉਹਨੇ ਰੋਟੀ ਖਾਣ ਨੂੰ ਦਿੱਤੀ ਹੈ। ਬਘਿਆੜ ਨੇ ਮਨੁੱਖਾ ਰੂਪ ਧਾਰਨ ਕਰ ਲਿਆ। ਉਹ ਕਹਿੰਦੇ ਪਿਤਾ ਜੀ, ਕਹਿੰਦੇ ਪੰਡਤ ਤਾਂ ਮੈਨੂੰ ਕਹਿੰਦੇ ਸੀ ਤੂੰ ਸ਼ਰਾਧ ਕਰ, ਇਹ ਸਾਰਾ ਖਾਣ ਪੀਣ ਦਾ ਤੇਰੇ ਪਿਤਾ ਤੱਕ ਪਹੁੰਚੇਗਾ, 1 ਸਾਲ ਤੇਰਾ ਬਾਪ ਰੱਜਿਆ ਰਹੇਗਾ ਹੈ। ਉਹ ਕਹਿੰਦਾ ਮੈਂ ਤਾਂ 3 ਦਿਨ ਦਾ ਭੁੱਖਾ, ਮੈਨੂੰ ਤਾਂ ਖਾਣ ਨੂੰ ਕੁਛ ਨਹੀਂ। ਕਹਿੰਦੇ ਤੁਸੀਂ ਬਘਿਆੜ ਕਿਉਂ ਬਣ ਗਏ? ਕਹਿੰਦੇ ਜੇ ਮੈਂ ਮਰਨ ਲੱਗਾ ਸੀ ਨਾ, ਮੈਨੂੰ ਖਿਆਲ ਆਇਆ ਵੀ ਤੂੰ ਕਦੇ ਨਾ ਮਾਸ ਹੀ ਨਹੀਂ ਖਾ ਕੇ ਵੇਖਿਆ, ਇਹ ਖਿਆਲ ਮੈਨੂੰ ਹੈ ਤੇ ਮੈਂ ਮਰ ਗਿਆ, ਉਦੋਂ ਮੈਂ ਬਘਿਆੜ ਬਣਿਆ ਹੋਇਆ। ਕਹਿੰਦੇ ਹੁਣ ਗੁਰੂ ਨਾਨਕ ਦੇਵ ਬੇਨਤੀ ਕਰ ਮੇਰੀ ਮੁਕਤੀ ਹੋ ਜਾਏ, ਅਤੇ ਫਿਰ ਗੁਰੂ ਮਹਾਰਾਜ ਨੇ ਉਹਦੀ ਮੁਕਤੀ ਕੀਤੀ। ਸੋ ਸਿੱਖ ਧਰਮ ਇਹ ਕਹਿੰਦਾ ਕਿ ਰੋਟੀਆਂ ਖਵਾਉਣ ਨਾਲ ਤੁਹਾਡੇ ਬੰਦੇ ਤੱਕ ਨਹੀਂ ਪਹੁੰਚੇਗਾ ਕੁਛ। ਅਗਰ ਤੁਸੀਂ ਚਾਹੁੰਦੇ ਉਹਦੀ ਗਤੀ ਹੋ ਜਾਏ, ਉਹਦੀ ਮੁਕਤੀ ਹੋ ਜਾਏ, ਉਹਦੇ ਲਈ ਮਗਰੋਂ ਪਾਠ ਕਰੋ। ਤਾਂ ਆਪਾਂ ਸਹਿਜ ਪਾਠ, ਅਖੰਡ ਪਾਠ ਮਰਨ ਤੋਂ ਬਾਅਦ ਕਰਾਉਂਦੇ ਹਾਂ ਵੀ ਜਿੱਥੇ ਵੀ ਉਹ ਰੂਹ ਹੈ ਉਹਦਾ ਉੱਥੇ ਭਲਾ ਹੋ ਜਾਵੇ। ਆਪ ਜੀ ਚਲਦੇ ਚਲਦੇ ਸਿਆਲਕੋਟ ਚਲੇ ਗਏ। ਉੱਥੇ ਇੱਕ ਪੀਰ ਰਹਿੰਦਾ ਸੀ ਹਮਜ਼ਾ ਗੌਸ। ਕੋਈ ਕੁਝ ਸਾਲ ਪਹਿਲਾਂ ਇੱਕ ਬੰਦਾ ਉਹਦੇ ਕੋਲ ਆਇਆ, ਜੀ ਮੇਰੇ ਪੁੱਤਰ ਹੋ ਜਾਏ। ਉਹਨੇ ਕਿਹਾ ਤੇਰੇ ਪੁੱਤਰ ਹੋ ਜਾਏਗਾ, ਪਰ ਜਦੋਂ 8 ਸਾਲਾਂ ਦਾ ਹੋਏਗਾ ਨਾ, ਮੈਂ ਉਹਨੂੰ ਵਾਪਸ ਲੈ ਆਉਣਾ, ਮੈਂ ਉਹਨੂੰ ਆਪਣਾ ਚੇਲਾ ਬਣਾਉਣਾ। ਉਦੋਂ ਲਾਲਚ ਜਾ ਕੇ ਕਹਿੰਦਾ ਕੋਈ ਨਹੀਂ ਜੀ ਮੈਂ ਦੇ ਦਿਆਂਗਾ ਤੁਹਾਨੂੰ। ਉਹ ਪੁੱਤਰ ਹੋ ਗਿਆ। ਸਮੇਂ 'ਤੇ ਆ ਕੇ ਪੀਰ ਨੇ ਮੰਗਿਆ, ਉਹ ਦਿੰਦਾ ਨਹੀਂ ਹੈ, ਮੋਹ ਹੈ। ਕਹਿੰਦੇ ਜੀ ਇੱਕੋ ਤਾਂ ਬੱਚਾ ਹੈ, ਉਹ ਮਸਾਂ ਮਿਲਿਆ ਸੀ, ਉਹ ਤੁਸੀਂ ਲੈ ਲਓਗੇ। ਪੀਰ ਨੂੰ ਚੜ੍ਹਿਆ ਗੁੱਸਾ, ਕਹਿੰਦੇ ਇਹਦਾ ਮਤਲਬ ਇੱਥੋਂ ਦੇ ਲੋਕ ਤਾਂ ਬੜੇ ਭੈੜੇ ਨੇ, ਸਿਆਲਕੋਟ ਦੇ ਤਾਂ ਮੈਂ ਤਾਂ ਸਾਰਾ ਸ਼ਹਿਰ ਹੀ ਗਰਕ ਕਰ ਦੇਣਾ। ਲੋ ਜਿਹਨੇ ਗੁੰਬਦ ਜਿਹਾ ਬਣਾ ਗਿਆ, ਵਿੱਚ ਬਹਿ ਕੇ ਕਹਿੰਦਾ ਮੈਂ ਚਲੀਹਾ ਕੱਟਾਂਗਾ। ਜਦੋਂ ਆ ਮੇਰਾ ਗੁੰਬਦ ਪਾਟ ਗਿਆ ਨਾ ਆਪਣਾ, ਸਮਝੋ ਸਾਰਾ ਜਿਹੜਾ
ਸਿਆਲਕੋਟ ਗਰਕ ਹੋ ਗਿਆ। ਗੁਰੂ ਮਹਾਰਾਜ ਉੱਥੇ ਪਹੁੰਚ ਗਏ, ਸਾਰੇ ਲੋਕ ਡਰੇ ਹੋਏ ਨੇ। ਗੁਰੂ ਮਹਾਰਾਜ ਕਹਿੰਦੇ ਵੀ ਕੀ ਹੋ ਗਿਆ? ਕਹਿੰਦੇ ਜੀ ਆਹ ਗੱਲ ਹੋਈ। ਕਹਿੰਦੇ ਕੋਈ ਗੱਲ, ਡਰੋ ਨਾ ਤੁਸੀਂ। ਗੁਰੂ ਮਹਾਰਾਜ ਦੇ ਗੁੰਬਦ ਕੋਲੇ ਚਲੇ ਗਏ, ਬਾਹਰ ਬਹਿ ਗਏ। ਉਹਦੇ ਗੁੰਬਦ ਵੱਲ ਵੇਖਿਆ, ਉਹ ਪਾਟ ਗਿਆ ਗੁੰਬਦ। ਪੀਰ ਜਿਹੜਾ ਹੇਠਾਂ ਬੈਠਾ ਸੀ ਉਹਨੇ ਸੋਚਿਆ ਵੀ ਆਹ ਸ਼ਹਿਰ ਤੇ ਗਰਕ ਹੋ ਗਿਆ ਹੈ। ਬਾਹਰ ਨਿਕਲਿਆ, ਸ਼ਹਿਰ ਉਸੇ ਤਰ੍ਹਾਂ ਹੀ ਵਸਦਾ। ਗੁਰੂ ਮਹਾਰਾਜ ਸਮਝਾਇਆ, ਪੀਰ ਜੀ ਸਾਡਾ ਤੁਹਾਡਾ ਕੰਮ ਭਜਨ ਬੰਦਗੀ ਕਰਨਾ ਹੈ, ਤੁਸੀਂ ਇਹ ਬੱਚਿਆਂ ਤੋਂ ਕੀ ਕਰਾਉਣਾ? ਉਹ ਤਾਂ ਸੰਸਾਰੀ ਹੈ, ਸੰਸਾਰੀ ਦੀ ਬੱਚੇ ਦੀ ਲੋੜ ਹੈ ਇੱਕ। ਤੁਸੀਂ ਤਾਂ ਧਾਰਮਿਕ ਬੰਦੇ ਹੋ, ਤੁਸੀਂ ਮੋਹ 'ਚ ਫਸ ਰਹੇ ਹੋ, ਤੁਸੀਂ ਕੀ ਕਰਾਉਣਾ? ਹੋਰ ਚੇਲੇ ਬਲ ਕੇ ਤੁਹਾਡੇ ਕੋਲ ਥੋੜ੍ਹੇ ਨੇ ਵੀ ਫਿਰ ਕਸੂਰ ਮੰਨ ਲਓ ਇੱਕ ਬੰਦੇ ਦਾ, ਤੁਸੀਂ ਸਾਰੇ ਸ਼ਹਿਰ ਨੂੰ ਗਰਕ ਕਰਨ ਲੱਗੇ। ਇਹ ਕਿੱਥੋਂ ਦਾ ਇਨਸਾਫ ਹੈ? ਦੂਜਿਆਂ ਨੇ ਕੀ ਕਸੂਰ ਕੀਤਾ? ਸਮਝ ਆ ਗਈ, ਮਾਫੀ ਮੰਗਦਾ, ਸੁਧਾਰਿਆ ਵੀ ਤੁਸੀਂ ਭਜਨ ਬੰਦਗੀ ਕਰੋ, ਇਹ ਪੁੰਨ ਸਰਾਪਾਂ ਦੇ ਚੱਕਰ 'ਚ ਤੁਸੀਂ ਨਾ ਪਵੋ। ਸਾਧੂ ਨੇ ਭਜਨ ਬੰਦਗੀ ਕਰਨੀ ਹੈ, ਕੋਈ ਸਰਾਪ ਨਹੀਂ ਦੇਣਾ। ਹਾਂ, ਸਾਧੂ ਤੇ ਭੇਜੇ ਭਲਾ ਕਰਨ ਲਈ ਭੇਜੇ ਨੇ ਸੰਸਾਰ 'ਤੇ। ਜਿੰਨਾ ਭਜਨ ਭਲਾ ਕੀਤਾ ਜਾਂਦਾ, ਸੰਸਾਰ ਦਾ ਭਲਾ ਕਰੋ। ਪਰ ਕਦੇ ਕਿਸੇ ਨੂੰ ਸਿੱਖ ਧਰਮ ਦੇ ਕਿਸੇ ਵੀ ਸਾਧੂ ਮਹਾਤਮਾ ਗੁਰੂਆਂ ਨੇ ਸਰਾਪ ਨਹੀਂ ਦਿੱਤਾ। ਪੰਚਮ ਪਾਤਸ਼ਾਹ ਨੂੰ ਕਿੰਨੇ ਤਸੀਹੇ ਦਿੱਤੇ ਗਏ, ਪਰ ਉਹਨਾਂ ਕੋਈ ਜਹਾਂਗੀਰ ਨੂੰ ਸਰਾਪ ਨਹੀਂ ਦਿੱਤਾ। ਨਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਕੋਈ ਸਰਾਪ ਨਹੀਂ ਦਿੱਤਾ। ਇੰਨੇ ਸਾਡੇ ਸ਼ਹੀਦ ਹੋਏ, ਉਹਨਾਂ ਨੇ ਵੀ ਕੋਈ ਸਰਾਪ ਨਹੀਂ ਦਿੱਤਾ। ਸਿੱਖ ਧਰਮ 'ਚ ਸਰਾਪ ਦਾ ਹੈ ਹੀ ਨਹੀਂ, ਚਲੇ ਨਹੀਂ। ਸਾਧੂ ਨੇ ਭਜਨ ਬੰਦਗੀ ਕਰਨੀ ਹੈ, ਸਹਿਣ ਸ਼ਕਤੀ ਅੰਦਰ ਹੁੰਦੀ ਹੈ। ਸਾਧੂ ਨੇ ਬੜਾ ਕੁਛ ਸਹਿਣਾ ਹੁੰਦਾ ਹੈ। ਸੁਮੇਰ ਪਰਬਤ 'ਚ ਜਿਹਨੂੰ ਅੱਜ ਕੱਲ੍ਹ ਹਿਮਾਲਾ ਪਰਬਤ ਕਹਿੰਦੇ, ਇਹਨੂੰ ਕੈਲਾਸ਼ ਪਰਬਤ ਵੀ ਕਹਿੰਦੇ ਸੀ। ਤਾਂ ਹੀ ਸ਼ਿਵਜੀ ਮਹਾਰਾਜ ਨੂੰ ਕੈਲਾਸ਼ਪਤੀ ਕਹਿੰਦੇ ਨੇ। ਸ਼ਿਵਜੀ ਮਹਾਰਾਜ ਕਿਸੇ ਆਪਣੇ ਜ਼ਮਾਨੇ 'ਚ ਇੱਥੇ ਰਿਹਾ ਕਰਦੇ ਸਨ। ਉੱਥੇ ਸਿੱਧ ਪੁਰਸ਼ ਰਹਿੰਦੇ ਸਨ, 400 ਸਾਲ 500 ਸਾਲ ਉਮਰਾਂ ਦੇ, ਕਿਉਂਕਿ ਪ੍ਰਾਣਾਯਾਮ ਨਾਲ ਉਮਰ ਵਧਾਈ ਜਾ ਸਕਦੀ ਹੈ। ਸਿੱਖ ਧਰਮ ਕਹਿੰਦਾ ਦਿਨ ਅਤੇ ngਣ ਕਾਲੇ ਸਭ ਦਿਵਸ ਸਾਸ ਨੇ ਵੱਢਣ ਘਟਣ ਤਿਲਸਾਰ। ਦਿਨ ਅਤੇ ਸਵਾਸ ਪਰਮਾਤਮਾ ਨੇ ਗਿਣ ਕੇ ਸਾਡੇ ਪਾਤੇ ਨੇ। ਆਮ ਬੰਦਾ ਉਸ ਨੂੰ ਕੋਈ ਵਧਾ ਘਟਾ ਨਹੀਂ ਸਕਦਾ। ਪਰ ਪ੍ਰਾਣਾਯਾਮ ਵਾਲੇ ਕਹਿੰਦੇ ਨੇ ਪਰਮਾਤਮਾ ਨੇ ਦਿਨ ਨਹੀਂ ਗਿਣ ਕੇ ਪਾਏ, ਸਵਾਸ ਗਿਣ ਕੇ ਪਾਏ ਨੇ। ਅਤੇ ਸਵਾਸ ਦੇ ਨਾਲ ਅਸੀਂ ਆਪਣੀ ਉਮਰ ਵਧਾ ਸਕਦੇ ਹਾਂ। ਆਮ ਬੰਦਾ 1 ਮਿੰਟ 'ਚ 12 ਵਾਰੀ ਸਾਹ ਲੈਂਦਾ, ਉਹਦੀ 100 ਸਾਲ ਉਮਰ ਗਿਣੀ ਗਈ ਹੈ। ਜੋ 8 ਸਾਹ ਲਵੇ 1 ਮਿੰਟ 'ਚ, ਉਹਦੀ ਉਮਰ 200 ਸਾਲ ਹੋ ਜਾਂਦੀ ਹੈ। ਜੋ 4 ਸਾਹ ਲਵੇ 1 ਮਿੰਟ 'ਚ, ਉਹਦੀ ਉਮਰ 300 ਸਾਲ ਹੋ ਜਾਂਦੀ ਹੈ। ਜੇ 1 ਮਿੰਟ ਸਿਰਫ 2 ਸਾਹ ਲਵੇ, ਉਹਦੀ 400 ਸਾਲ ਉਮਰ ਹੋ ਸਕਦੀ ਹੈ। ਅਤੇ ਜੇ 1 ਮਿੰਟ 'ਚ ਇੱਕੋ ਹੀ ਸਾਹ ਲਵੇ ਤਾਂ 500 ਸਾਲ ਵੀ ਉਮਰ ਹੋ ਸਕਦੀ ਹੈ। ਇਸ ਲਈ ਉਹਨਾਂ ਨੇ ਉਮਰਾਂ ਆਪਣੀ ਵਧਾ ਲਈ। ਅਤੇ ਗੁਰੂ ਮਹਾਰਾਜ ਜਦੋਂ ਉਹਨਾਂ ਕੋਲ ਪਹੁੰਚੇ 40 ਸਾਲ ਦੇ ਸਨ, ਅਤੇ ਇਸ ਲਈ ਕਹਿੰਦੇ ਬਾਲਕ ਵੀ ਤੂੰ ਕਿਵੇਂ ਆ ਗਿਆ ਇੱਥੇ? ਉਹ ਇੰਨੀ ਉਚਾਈ, ਇੰਨੀ ਠੰਡ ਦੇ ਵਿੱਚ, ਬਿਨਾਂ ਕਿਸੇ ਸਾਧਨ ਦੇ। ਕਹਿੰਦੇ ਬਾਲਕ ਤੂੰ ਇੱਥੇ ਕਿਵੇਂ ਆ ਗਿਆ? ਤੂੰ ਕਿਸ ਸ਼ਕਤੀ ਨਾਲ ਆਇਆ? ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਨਾਮ ਸ਼ਕਤੀ ਨਾਲ ਆਇਆ। ਕਿਉਂਕਿ ਨਾਮ ਸ਼ਕਤੀ ਨਾਲ ਹੀ ਗੁਰੂ ਮਹਾਰਾਜ ਕਿੱਥੇ ਹਜ਼ਾਰਾਂ ਮੀਲ ਦੂਰ ਬੈਠੇ ਹੁੰਦੇ ਸਨ। ਕਹਿੰਦੇ ਮਰਦਾਨਾ ਜੀ ਭੈਣ ਯਾਦ ਕਰਦੀ, ਅੱਖਾਂ ਮੀਟੋ, ਅਤੇ 1 ਜਾਂ 2 ਸੈਕਿੰਡ ਦੇ ਵਿੱਚ ਇੰਨੇ 1000 ਕਿਲੋਮੀਟਰ ਦੀ ਸਫ਼ਰ ਕਰਕੇ ਆ ਜਾ ਕਦੇ ਤੁਰਨ ਦੀ। ਉਹ ਨਾਮ ਸ਼ਕਤੀ ਨਾਲ ਆਉਂਦੇ ਸਨ। ਉਹਨਾਂ ਸੋਚਿਆ ਵੀ ਇਹ ਤਾਂ ਬੜੀਆਂ ਸ਼ਕਤੀਆਂ ਵਾਲਾ ਬੱਚਾ, ਕਿਉਂ ਨਾ ਆਪਾਂ ਇਹਨੂੰ ਸਿੱਧ ਪੁਰਸ਼ ਬਣਾ ਲਈਏ, ਫਿਰ ਸਾਡਾ ਬਹੁਤ ਚੱਲੇਗਾ, ਸਾਡੇ 'ਤੇ ਬੱਲੇ ਬੱਲੇ ਹੋ ਜਾਏਗੀ। ਉਹਨਾਂ ਪ੍ਰਭਾਵਿਤ ਕਰਨ ਲਈ ਵੀ ਆਪਾਂ ਪਹਿਲਾਂ ਇਹਨੂੰ ਪ੍ਰਭਾਵਿਤ ਕਰੀਏ ਤਾਂ ਹੀ ਸਿੱਧ ਬਣੇਗਾ ਨਾ। ਉਹਨਾਂ ਕਿਹਾ ਬਾਲਕ ਆ ਨਾ ਕਮੰਡਲ ਲੈ ਲਾ, ਉਹ ਸਾਹਮਣੇ ਝੀਲ ਹੈ, ਸਾਨੂੰ ਪਿਆਸ ਲੱਗੀ, ਉਹ ਤਾਂ ਪਾਣੀ ਭਰ ਕੇ ਲਿਆ, ਸਾਨੂੰ ਪਾਣੀ ਪਿਲਾ। ਗੁਰੂ ਬਾਹਰ ਚਲੇ ਗਏ। ਜੋਗੀਆਂ ਸਿੱਧਾਂ ਨੇ ਕੀ ਕੀਤਾ? ਸ਼ਕਤੀ ਵਰਤਾ ਕੇ
ਸਾਰੀ ਝੀਲ ਹੀਰੇ ਮੋਤੀਆਂ ਦੀ ਬਣਾਤੀ, ਪਾਣੀ ਹੈ ਹੀ ਨਹੀਂ ਉੱਥੇ। ਗੁਰੂ ਮਹਾਰਾਜ ਨੇ ਸੋਚਿਆ ਵੀ ਓਹੋ, ਇਹ ਤਾਂ ਅਜੇ ਸੰਸਾਰੀ ਹੋਈ ਨੇ, ਇਹ ਤਾਂ ਸਿੱਧ ਬਣੇ ਹੀ ਨਹੀਂ ਹੈਗੇ। ਇਹਨਾਂ ਦੇ ਅੰਦਰ ਤਾਂ ਹੀਰੇ ਮੋਤੀ ਹੀ ਖਤਮ ਨਹੀਂ ਹੋਏ, ਇਹਨਾਂ ਦੇ ਅੰਦਰ ਤਾਂ ਮੋਹ ਹੀ ਨਹੀਂ ਖਤਮ ਹੋਇਆ। ਗੁਰੂ ਮਹਾਰਾਜ ਵਾਪਸ ਆ ਗਏ। ਬਾਲੇ ਬੱਚੇ ਪਾਣੀ ਲੈ ਕੇ ਆਏ, ਗੁਰੂ ਨਾ ਦੇ ਕੇ, ਉੱਥੇ ਤਾਂ ਪਾਣੀ ਹੈ ਹੀ ਨਹੀਂ। ਕਹਿੰਦੇ ਉੱਥੇ ਤਾਂ ਪਾਣੀ ਹੈ ਹੀ ਨਹੀਂ। ਹੋਰ ਕਿਸੇ ਉੱਥੇ? ਕਹਿੰਦੇ ਹੀਰੇ ਮੋਤੀ ਸਨ, ਉਹ ਲੈ ਆਉਣੇ ਸਨ। ਕਹਿੰਦੇ ਸਿੱਧ ਪੁਰਸ਼ੋ, ਤੁਸੀਂ ਘਰ ਕਾੜ ਛੱਡਿਆ, ਬਾਲ ਬੱਚੇ ਛੱਡੇ, ਇੰਨੀ ਠੰਡ ਜਿੱਥੇ ਬੈਠੇ ਹੋ, ਜੋ ਛੱਡਣ ਵਾਲੀ ਚੀਜ਼ ਸੀ ਉਹ ਤਾਂ ਤੁਸੀਂ ਛੱਡੀ ਨਹੀਂ। ਛੱਡਣਾ ਤੇ ਮੋਹ ਸੀ, ਆਹ ਹੀਰੇ ਮੋਤੀ ਤੁਸੀਂ ਨਾਲ ਹੀ ਲੈ ਆਏ ਹੋ, ਇਹੀ ਤਾਂ ਛੱਡ ਕੇ ਆਉਣੇ ਸਨ। ਘਰ-ਬਾਰ ਛੱਡਣ ਦੀ ਲੋੜ ਨਹੀਂ, ਬਾਲ ਬੱਚੇ ਛੱਡਣ ਦੀ ਲੋੜ ਨਹੀਂ। ਛੱਡਣ ਤਾਂ ਸੰਸਾਰਿਕ ਚੀਜ਼ ਹੈ, ਮੋਹ ਛੱਡਣਾ, ਉਹ ਤੁਸੀਂ ਛੱਡਿਆ ਨਹੀਂ, ਇਸ ਲਈ ਤੁਹਾਨੂੰ ਨਹੀਂ ਰੱਬ ਮਿਲਦਾ। ਕੋਈ ਦੇਰ ਬਾਅਦ ਸੱਚੀ ਪਿਆਸ ਲੱਗ ਗਈ। ਇੱਕ ਭੇਜਣ ਨੇ ਆਪਣਾ ਚੇਲਾ ਪਾਣੀ ਲੈ ਕੇ ਆ। ਹੁਣ ਗੁਰੂ ਮਹਾਰਾਜ ਕਹਿੰਦੇ ਉੱਥੇ ਪਾਣੀ ਹੈ ਹੀ ਨਹੀਂ, ਉੱਥੇ ਪਾਣੀ ਕੋਈ ਨਹੀਂ। ਬੜਾ ਉਹਨਾਂ ਜ਼ੋਰ ਲੈ ਵੀ ਹੀਰੇ ਮੋਤੀ ਵਾਪਸ ਪਾਣੀ ਬਣ ਜਾਣ, ਨਹੀਂ ਬਣੇ। ਹੁਣ ਉੱਧਰ ਲੱਗੀ ਪਿਆਸ, ਕਹਿ ਲੱਗੀ। ਫਿਰ ਗੁਰੂ ਨਾਨਕ ਦੇਵ ਨੂੰ ਪਤਾ ਲੱਗ ਗਿਆ ਉਹਨਾਂ ਨੂੰ ਵੀ ਇਹ ਸਾਡੇ ਤੋਂ ਵੱਡਾ ਆ ਗਿਆ। ਫਿਰ ਬੇਨਤੀ ਕੀਤੀ, ਸਾਨੂੰ ਪਿਆਸ ਲੱਗੀ ਹੈ ਜੀ, ਇਹਨੂੰ ਮੁੜ ਕੇ ਪਾਣੀ ਬਣਾ ਦਿਓ। ਫਿਰ ਗੁਰੂ ਮਹਾਰਾਜ ਤੇ ਸਮਝਾਇਆ, ਵਿਜੋਗੀਓ ਸਿੱਧੋ, ਇਸ ਤਰ੍ਹਾਂ ਤੁਹਾਡੀ ਕੋਈ ਗੱਲ ਨਹੀਂ ਬਣਨੀ। ਠੀਕ ਹੈ, ਰਿੱਧੀਆਂ ਸਿੱਧੀਆਂ ਤੁਹਾਨੂੰ ਪ੍ਰਾਪਤ ਹੋ ਗਈਆਂ, ਤੁਹਾਨੂੰ ਰੱਬ ਨਹੀਂ ਮਿਲਣਾ ਹੈ। ਅਤੇ ਜੇ ਰੱਬ ਹੀ ਨਾ ਮਿਲੇ ਤਾਂ ਫਿਰ ਕਿਆ ਫਾਇਦਾ ਇੱਥੇ ਬੈਠੇ ਰਹਿਣ ਦਾ। ਇਹ ਜਿਹੜਾ ਤੁਹਾਡੇ ਅੰਦਰ ਪਦਾਰਥਾਂ ਦਾ ਮੋਹ ਹੈ, ਤੁਸੀਂ ਇਸ ਨੂੰ ਤਿਆਗਣਾ ਹੈ। ਜਿਸੇ ਸਿੱਖ ਧਰਮ 'ਚ ਘਰ-ਬਾਰ ਛੱਡਣ ਦਾ ਰਿਵਾਜ਼ ਨਹੀਂ ਹੈ। ਮਾਇਆ ਨਹੀਂ ਛੱਡਣੀ, ਘਰ-ਬਾਰ ਨਹੀਂ ਛੱਡਣਾ, ਧੀਆਂ ਪੁੱਤਰ ਨਹੀਂ ਛੱਡਣੇ, ਮੋਹ ਛੱਡਣਾ ਹੈ। ਜਦੋਂ ਮੋਹ ਛੱਡ ਜਾਏਗਾ ਫਿਰ ਇਹਦੀ ਲਾਈਨ ਕਲੀਅਰ ਹੋ ਜਾਂਦੀ ਹੈ, ਫਿਰ ਇਹਦੀ ਯਾਤਰਾ ਸ਼ੁਰੂ ਹੋ ਜਾਂਦੀ ਧਰਮ ਦੀ। ਮੱਕੇ ਚਲੇ ਗਏ ਮੁਸਲਮਾਨ ਜਿਹੜੇ ਨੇ, ਜਿਵੇਂ ਮੱਕਾ ਸਾਊਦੀ ਅਰਬ ਦੇਸ਼ ਹੈ, ਉੱਥੇ ਇੱਕ ਸ਼ਹਿਰ ਹੈ ਮੱਕਾ। ਮੱਕੇ ਦੇ ਵਿੱਚ ਜਿਹੜੀ ਮੁਸਲਮਾਨਾਂ ਦੀ ਪਵਿੱਤਰ ਮਸੀਤ ਹੈ ਉਹਨੂੰ ਕਹਿੰਦੇ ਨੇ ਕਾਬਾ। ਜਿਵੇਂ ਆਪਣਾ ਹਰਿਮੰਦਰ ਸਾਹਿਬ, ਸ਼ਹਿਰ ਤੇ ਅੰਮ੍ਰਿਤਸਰ, ਦੇਸ਼ ਹਿੰਦੁਸਤਾਨ ਹੈ, ਸਟੇਟ ਪੰਜਾਬ ਹੈ, ਸ਼ਹਿਰ ਅੰਮ੍ਰਿਤਸਰ ਹੈ, ਉੱਥੇ ਸਾਡਾ ਕਾਬਾ ਹੈ ਹਰਿਮੰਦਰ ਸਾਹਿਬ। ਸਿੱਖ ਕੌਮ 'ਚ ਬੜਾ ਸਤਿਕਾਰ ਹੈ। ਮੁਸਲਮਾਨ ਜਦੋਂ ਵੀ ਨਮਾਜ਼ ਪੜ੍ਹਦੇ ਨੇ ਸਮਝਦੇ ਜੇ ਅੱਲਾ ਹੈ ਨਾ, ਉਹ ਮੱਕੇ ਰਹਿੰਦਾ, ਉੱਧਰ ਨੂੰ ਮੂੰਹ ਕਰਕੇ ਪੜ੍ਹਦੇ ਨੇ। ਜਿਹੜਾ ਸਾਊਦੀ ਅਰਬ ਹੈ, ਉਸ 'ਚ ਸ਼ਹਿਰ ਮੱਕਾ ਹੈ, ਉਹ ਭਾਰਤ ਦੇ ਪੱਛਮ ਵਾਲੇ ਪਾਸੇ ਹੈ। ਇਸ ਲਈ ਮੁਸਲਮਾਨ ਜਦੋਂ ਵੀ ਨਮਾਜ਼ ਪੜ੍ਹਦੇ ਪੱਛਮ ਵੱਲ ਮੂੰਹ ਕਰਕੇ ਪੜ੍ਹਦੇ ਨੇ। ਉਹ ਮੱਕੇ ਵੱਲ ਨੂੰ, ਕਾਬੇ ਵੱਲ ਨੂੰ ਮੂੰਹ ਕਰਕੇ ਪੜ੍ਹਦੇ ਵੀ ਅੱਲਾ ਉੱਥੇ ਰਹਿੰਦਾ ਹੈ। ਗੁਰੂ ਮਹਾਰਾਜ ਵੀ ਉੱਥੇ ਪਹੁੰਚ ਗਏ ਨੇ। ਕਾਬੇ ਦੇ ਬਾਹਰ ਹੀ ਕਾਬੇ ਵੱਲ ਨੂੰ ਲੱਤਾਂ ਕਰਕੇ ਰਾਤ ਨੂੰ ਸੌਂ ਗਏ। ਸਵੇਰੇ ਜਿਹੜਾ ਸੇਵਾਦਾਰ ਆਇਆ ਉਹਨੂੰ ਗੁੱਸਾ ਚੜਿਆ, ਉਹਨੇ ਠੁੱਡਾ ਮਾਰਿਆ, ਕਿ ਤੈਨੂੰ ਪਤਾ ਨਹੀਂ ਤੂੰ ਅੱਲਾ ਦੇ ਘਰ ਵੱਲ ਜਿਹੜਾ ਹੈ ਲੱਤਾਂ ਪੈਰ ਕੀਤੇ ਹੋਏ ਨੇ। ਗੁਰੂ ਮਹਾਰਾਜ ਕਹਿੰਦੇ, ਭਰਾਵਾ ਮੈਂ ਤਾਂ ਬਹੁਤ ਲੰਮਾ ਸਫ਼ਰ ਕਰਕੇ ਥੱਕਿਆ ਹੋਇਆ ਸੀ, ਮੈਨੂੰ ਤਾਂ ਪਤਾ ਨਹੀਂ ਸੀ ਵੀ ਇੱਥੇ ਅੱਲਾ ਰਹਿੰਦਾ ਹੈ। ਜਿੱਥੇ ਅੱਲਾ ਨਹੀਂ ਨਾ ਰਹਿੰਦਾ ਮੇਰੇ ਪੈਰ ਉੱਧਰ ਕਰਦੇ। ਉਹਨੇ ਜਦੋਂ ਚਰਨਾਂ ਨੂੰ ਲਾਇਆ ਨਾ ਹੱਥ, ਇਹ ਕਿਹੜਾ ਕੋਈ ਸਾਡੇ ਵਰਗਿਆਂ ਦੇ ਪੈਰ ਸਨ। ਜਦੋਂ ਚਰਨਾਂ ਨੂੰ ਹੱਥ ਲਾਇਆ, ਦਿਵ ਦ੍ਰਿਸ਼ਟੀ ਖੁੱਲ੍ਹ ਗਈ। ਜਦੋਂ ਘੁਮਾਏ ਨਾ ਪੈਰ, ਕੀ ਦੇਖਦਾ ਮੱਕਾ ਵੀ ਨਾਲ ਹੀ ਘੁੰਮ ਰਿਹਾ ਹੈ। ਛੜ ਤੇ ਰੌਲਾ ਪੈ ਗਿਆ ਵੀ ਇਹ ਤਾਂ ਕੋਈ ਬਹੁਤ ਵੱਡਾ ਪੀਰ ਆ ਗਿਆ ਹੈ। ਫਿਰ ਗੁਰੂ ਮਹਾਰਾਜ ਸਾਰੇ ਇਕੱਠੇ ਹੋ ਗੁਰੂ ਮਹਾਰਾਜ ਸਮਝਾਇਆ ਕਿ ਜਿਹੜਾ ਅੱਲਾ ਹੈ ਇਹ ਕਿਸੇ ਇੱਕ ਜਗ੍ਹਾ 'ਤੇ ਨਹੀਂ ਬੈਠਾ, ਇਹ ਤਾਂ ਸਭ ਥਾਵਾਂ 'ਤੇ ਹੈ। ਤੁਸੀਂ ਇਸ ਭੁਲੇਖੇ 'ਚ ਨਾ ਰਹੋ ਕਿ ਇਕੱਲਾ ਇੱਥੇ ਹੀ ਅੱਲਾ ਬੈਠਾ ਹੈ। ਅੱਲਾ ਤਾਂ ਹਿਰਦੇ ਵਿੱਚ ਵੀ ਹੈ, ਅੱਲਾ ਸਭ ਥਾਵਾਂ 'ਤੇ ਹੈ।
ਠੀਕ ਹੈ, ਸਾਡਾ ਫਰਜ਼ ਹੈ ਸਤਿਕਾਰ ਕਰਨਾ, ਸਤਿਕਾਰਯੋਗ ਸਥਾਨ ਦਾ। ਪਰ ਇਹ ਨਹੀਂ ਸਮਝਣ, ਜੇ ਅਸੀਂ ਸਮਝੀਏ ਬਈ ਗੁਰੂ ਮਹਾਰਾਜ ਚੌਥੇ ਅਤੇ ਪੰਚਮ ਪਾਤਸ਼ਾਹ ਹਰਿਮੰਦਰ ਸਾਹਿਬ ਹੀ ਬੈਠੇ ਨੇ ਬਸ, ਜੇ ਸਾਡੀ ਇਹ ਸੋਚ ਹੋ ਜਾਏਗੀ ਫਿਰ ਤਾਂ ਹੋਰ ਕਿਸੇ ਗੁਰਦੁਆਰੇ ਸਾਨੂੰ ਗੁਰੂ ਹੀ ਨਹੀਂ ਲੱਭਣੇ, ਵੀ ਉਹ ਤਾਂ ਹਰਿਮੰਦਰ ਸਾਹਿਬ ਬੈਠੇ। ਚੌਥੇ ਪੰਚਮ ਪਾਤਸ਼ਾਹ ਤੁਸੀਂ ਦਿਨ ਮਨਾ ਲਓ, ਤੁਹਾਡੇ ਘਰ ਆ ਜਾਣਗੇ। ਸ਼ਰਧਾ ਭਾਵਨਾ ਦਿਨ ਮਨਾ ਕੇ ਵੇਖ ਲਓ, ਜਿਹਦੀ ਮਰਜ਼ੀ ਹੈ ਉੱਥੇ ਆ ਜਾਣਗੇ। ਦਿਸਣ ਨਾ ਦਿਸਣ ਗੱਲ ਵੱਖਰੀ ਹੁੰਦੀ। ਕਿਸੇ ਦਿਵ ਦ੍ਰਿਸ਼ਟੀ ਖੁੱਲ੍ਹੀ ਵਾਲੇ ਨੂੰ ਸੱਦ ਲਿਓ ਉੱਥੇ, ਉਹ ਦੱਸੂਗਾ ਵੀ ਹਾਂ ਇੰਨੇ ਵੱਜ ਕੇ ਇੰਨੇ ਮਿੰਟ 'ਤੇ ਆਏ ਅਤੇ ਇੰਨਾ ਸਮਾਂ ਰਹੇ। ਇਹ ਤਾਂ ਸ਼ਰਧਾ ਨਾਲ ਕਿਸੇ ਵੀ ਗੁਰੂ ਨੂੰ ਤੁਸੀਂ ਆਪਣੇ ਘਰ ਬੁਲਾ ਸਕਦੇ ਹੋ। ਘਰ ਹੀ ਬੈਠਿਆਂ ਸ਼ਹਿ ਮਿਲੇ ਜੇ ਨੀਅਤ ਰਾਸ ਕਰੇ, ਕੱਲ੍ਹ ਵਿੱਚ ਪੜ੍ਹਿਆ ਸੀ ਨਹੀਂ, ਗੱਲ ਤਾਂ ਨੀਅਤ ਸਾਫ਼ ਹੋਣ ਦੀ ਹੈ। ਆ ਜੀ ਮਦੀਨੇ ਆ ਗਏ। ਪਾਕਿਸਤਾਨ 'ਚ ਇੱਕ ਇਲਾਕਾ ਬਹਾਵਲਪੁਰ, ਆਪਾਂ ਇਹਨੂੰ ਬਹਾਲਪੁਰੀ ਕਹਿੰਦੇ ਕਿ ਨਹੀਂ, ਬਹਾਵਲਪੁਰ ਦਾ ਇਲਾਕਾ ਹੈ। ਉੱਥੇ ਸਥਾਨ ਬਣਿਆ ਉੱਚ ਦੇ ਪੀਰਾਂ ਦਾ। ਉਹ ਬਹਾਲਪੁਰ ਦਾ ਉੱਚ ਦਾ ਪੀਰ ਮਦੀਨੇ ਗਿਆ ਹੋਇਆ ਸੀ। ਉੱਥੇ ਆਏ ਗੁਰੂ ਮਹਾਰਾਜ। ਗੁਰੂ ਮਹਾਰਾਜ ਵਿਚਾਰ ਵਟਾਂਦਰਾ ਹੋਇਆ, ਬੜਾ ਪੀਰ ਪ੍ਰਭਾਵਿਤ ਹੋਇਆ। ਉਹ ਕਹੇ ਮੇਰੀ ਇੱਕ ਬੇਨਤੀ ਹੈ ਕਿ ਤੁਸੀਂ ਆਪਣੀ ਖੜਾਵਾਂ ਮੈਨੂੰ ਦੇ ਦਿਓ, ਮੈਂ ਤੁਹਾਡੀ ਯਾਦਗਾਰ ਸਾਂਭ ਕੇ ਰੱਖਾਂਗਾ। ਗੁਰੂ ਨਾਨਕ ਜੀ ਨੇ ਆਪਣੀ ਖੜਾਵਾਂ ਉਸ ਨੂੰ ਦਿੱਤੀ, ਉਸ ਦੇ ਪੀਰ ਨੂੰ। ਉਹ ਬਹਾਵਲਪੁਰ ਲਾਇਆ। ਅੱਜ ਵੀ ਉੱਥੇ ਗੁਰੂ ਨਾਨਕ ਦੀਆਂ ਖੜਾਵਾਂ ਪਈਆਂ। ਸਾਡੀ ਸ਼੍ਰੋਮਣੀ ਕਮੇਟੀ ਨੇ ਬੜੀਆਂ ਉਹਨੂੰ ਬੇਨਤੀ ਕੀਤੀਆਂ ਵੀ ਸਾਨੂੰ ਦੇ ਦਿਓ ਜੀ ਯਾਦਗਾਰ। ਉਹ ਕਹਿੰਦਾ ਨਹੀਂ, ਮੈਂ ਤਾਂ ਜਿਉਂਦੇ ਇਸ ਆਸਰੇ ਹਾਂ, ਸਾਡੀ ਗੱਦੀ ਚੱਲਦੀ ਹੀ ਨਾ ਕਰਕੇ ਹੈ, ਇਸ ਲਈ ਮੈਂ ਤੁਹਾਨੂੰ ਨਹੀਂ ਦੇ ਸਕਦਾ। ਇੰਨੀ ਸ਼ਰਧਾ ਵੀ ਸੀ ਲੋਕਾਂ ਦੀ ਗੁਰੂ ਨਾਨਕ ਦੇ, ਹਾਲਾਂਕਿ ਉਹ ਦੂਜੇ ਧਰਮ ਦੇ ਲੋਕ ਸਨ। ਆਪ ਜੀ ਬਗਦਾਦ ਚਲੇ, ਇਰਾਕ ਦੀ ਰਾਜਧਾਨੀ ਬਗਦਾਦ। ਉੱਥੇ ਪੀਰ ਦਸਤਗੀਰ ਰਹਿੰਦਾ ਸੀ। ਜਿਵੇਂ ਆਪਣੇ ਅਕਾਲ ਤਖ਼ਤ ਦੇ ਜਥੇਦਾਰ ਜੀ ਨੇ, ਇਹਨਾਂ ਦੀ ਚੱਲਦੀ ਹੈ, ਜੋ ਕਹਿ ਦੇਣ ਆਪਣਾ ਸਿੱਖ ਸਮਾਜ ਸਾਰਾ ਮੰਨਦਾ ਹੈ, ਸਤਿਕਾਰ ਕਰਦਾ। ਪੀਰ ਦਸਤਗੀਰ ਵੀ ਉਸ ਸਮੇਂ ਦਾ ਇਸ ਤਰ੍ਹਾਂ ਹੀ ਸੀ, ਜੋ ਕਹਿੰਦਾ ਸੀ ਸਾਰੀ ਮੁਸਲ ਕੌਮ, ਮਾਨ ਕੌਮ ਉਸ ਨੂੰ ਮੰਨਦੀ ਸੀ। ਗੁਰੂ ਮਹਾਰਾਜ ਉੱਥੇ ਚਲੇ ਗਏ। ਪੀਰ ਦਸਤਗੀਰ ਗੁਰੂ ਮਹਾਰਾਜ ਨਾਲ ਵਿਚਾਰ ਵਟਾਂਦਰਾ ਕਰਕੇ ਬੜਾ ਪ੍ਰਭਾਵਿਤ ਹੋਇਆ, ਆਪਣੇ ਘਰ ਲੈ ਗਿਆ। ਸਵੇਰੇ ਸ਼ਾਮ ਉੱਥੇ ਸਤਸੰਗ ਹੁੰਦਾ ਹੈ। ਪੀਰ ਰੋਜ਼ ਗੁਰੂ ਮਹਾਰਾਜ ਨਾਲ ਵਿਚਾਰ ਵਟਾਂਦਰਾ ਕਰਦਾ ਹੈ। ਦਿਨੋਂ ਦਿਨ ਦਸਤਗੀਰ ਦੀ ਸ਼ਰਧਾ ਭਾਵਨਾ ਗੁਰੂ ਨਾਨਕ ਦੇ ਵੱਧਦੀ ਜਾ ਰਹੀ ਹੈ। 18 ਦਿਨ ਆਪਣੇ ਕੋਲ ਪੀਰ ਦਸਤਗੀਰ ਨੇ ਗੁਰੂ ਨਾਨਕ ਦੇਵ ਨੂੰ ਰੱਖਿਆ। ਫਿਰ ਗੁਰੂ ਨਾਨਕ ਦੇ ਕੇ ਪੀਰ ਜੀ ਅਸੀਂ ਤਾਂ ਸਾਰੇ ਸੰਸਾਰ 'ਚ ਜਾਣਾ, ਸਾਨੂੰ ਜਾਣ ਦੀ ਆਗਿਆ ਬਖਸ਼ੋ। ਪੀਰ ਦਸਤਗੀਰ ਇੱਕ ਦਿਨ ਕਹਿੰਦਾ ਸੰਗਤ ਵੀ ਬੈਠੀ ਹੈ, ਗੁਰੂ ਮਹਾਰਾਜ ਬੈਠੇ, ਉਹ ਆਪਣੀ ਗੱਦੀ 'ਤੇ ਬੈਠਾ। ਜਿਵੇਂ ਅਕਾਲ ਤਖ਼ਤ ਦੇ ਜਥੇਦਾਰ ਜੀ ਬੈਠੇ, ਆਪਾਂ ਉਹਨਾਂ ਦੀ ਬਰਾਬਰੀ ਨਹੀਂ ਕਰਦੇ। ਆਪਾਂ ਨੂੰ ਮਿਲਣ ਜਾਈਏ, ਉਹ ਆਪਣੀ ਗੱਦੀ 'ਤੇ ਬੈਠੇ ਨੇ, ਆਪਾਂ ਉਹਨਾਂ ਦੀ ਬਰਾਬਰੀ ਨਹੀਂ ਕਰਦੇ। ਸਾਡੇ ਹੈ ਵੀ ਭਾਈ ਇਹ ਸਾਡੇ ਅਕਾਲ ਤਖ਼ਤ ਦੇ ਜਥੇਦਾਰ ਨੇ, ਸਿੱਖ ਕੌਮ ਦੇ। ਪੀਰ ਗੱਦੀ 'ਤੇ ਬੈਠਾ, ਗੁਰੂ ਮਹਾਰਾਜ ਹੇਠਾਂ ਬੈਠੇ, ਸੰਗਤ ਵੀ ਬੈਠੀ ਹੈ। ਪੀਰ ਕਹਿੰਦਾ ਵੀ ਨਾਨਕ ਜੀ, ਜੇ ਅੱਲਾ ਹੈ ਤੇ ਦਿਸਦਾ ਕਿਉਂ ਨਹੀਂ? ਇਹ ਦਿਸਦਾ ਕਿਉਂ ਨਹੀਂ? ਗੁਰੂ ਮਹਾਰਾਜ ਕਹਿੰਦੇ ਦੁੱਧ ਦਾ ਇੱਕ ਛੰਨਾ ਮੰਗਾਓ। ਪੁਰਾਣੇ ਬੰਦੇ ਛੰਨਾ ਵੇਖਿਓ ਨਾ, ਅੱਜ ਦੇ ਬੱਚੇ ਤਾਂ ਵੇਖੇ ਹੀ ਨਹੀਂ ਹੈਗੇ। ਬਾਟੀ ਕਹਿ ਲਓ, ਮਤਲਬ ਸਮਝਾਉਣ ਲਈ ਲੈ ਦੀ। ਗੁਰੂ ਮੈਂ ਪੀਰ ਜੀ ਦੇਖੋ ਇਹ ਦੁੱਧ ਕੀ ਹੈ? ਕਹਿੰਦੇ ਜੀ ਕੁਛ ਨਹੀਂ ਹੈ। ਨਹੀਂ, ਕਹਿੰਦੇ ਪੀਰ ਜੀ ਧਿਆਨ ਨਾਲ ਵੇਖੋ। ਕਹਿੰਦੇ ਨਾ ਜੀ ਕੁਛ ਨਹੀਂ ਇਹਦੇ 'ਚ। ਕਹਿੰਦੇ ਧਿਆਨ ਨਾਲ ਵੇਖੋ। ਕਹਿੰਦੇ ਨਹੀਂ ਜੀ ਕੁਛ ਨਹੀਂ ਹੈ। ਗੁਰੂ ਮਹਾਰਾਜ ਕਹਿੰਦੇ ਇਸ 'ਚ ਕੁਛ ਹੈ? ਕਹਿੰਦੇ ਨਾ ਜੀ ਮੈਨੂੰ ਤਾਂ ਕੁਛ ਨਹੀਂ ਦਿਸਦਾ। ਕਹਿੰਦੇ ਇਸ ਦੇ ਵਿੱਚ ਨਾ ਮੱਖਣ ਹੈ। ਉਹਦਾ ਤਾਂ ਸਿਆਣਾ ਸੀ। ਕਹਿੰਦਾ ਹਾਂ ਜੀ ਦੁੱਧ 'ਚ ਮੱਖਣ ਤਾਂ ਹੁੰਦਾ। ਕਹਿੰਦੇ ਪੀਰ ਜੀ ਦੁੱਧ 'ਚ ਮੱਖਣ ਹੁੰਦਾ? ਕਹਿੰਦੇ ਹਾਂ ਜੀ ਉਹ ਤਾਂ ਹੁੰਦਾ। ਦਿਸ ਨਹੀਂ ਨਾ ਰਿਹਾ? ਦਿਸ ਨਹੀਂ। ਇਸ ਲਈ ਅੱਲਾ ਹੈ ਪਰ ਉਹ ਦਿਸਦਾ ਨਹੀਂ ਹੈ। ਦੇਖਣਾ
ਦੇਖੋ ਕਹਿੰਦਾ ਆਪਾਂ ਦੁੱਧ 'ਚ ਮੱਖਣ ਵੇਖਣਾ ਹੈ, ਸਾਨੂੰ ਦੁੱਧ ਪਹਿਲਾਂ ਗਰਮ ਕਰਨਾ ਪਏਗਾ, ਫਿਰ ਥੋੜ੍ਹਾ ਉਹਨੂੰ ਠੰਡਾ ਕਰਨਾ ਪਏਗਾ, ਉਹਨੂੰ ਜਾਗ ਲਾਉਣੀ ਪਏਗੀ, ਉਹ ਸਵੇਰ ਤੱਕ ਦਹੀਂ ਹੋ ਜਾਏਗਾ, ਫਿਰ ਆਪਾਂ ਉਹਨੂੰ ਰਿੜਕਾਂਗੇ, ਉਹ 'ਚ ਮੱਖਣ ਨਿਕਲੇਗਾ। ਇੱਕ ਵਿਧੀ ਹੈ। ਦੁੱਧ 'ਚ ਮੱਖਣ ਹੈ ਪਰ ਦਿਸ ਨਹੀਂ ਰਿਹਾ, ਉਹਨੂੰ ਪ੍ਰਗਟ ਕਰਨ ਦੀ ਇੱਕ ਵਿਧੀ ਹੈ। ਇਸ ਤਰ੍ਹਾਂ ਹੀ ਪ੍ਰਮਾਤਮਾ ਹੈ ਪਰ ਦਿਸ ਨਹੀਂ ਰਿਹਾ, ਉਹਨੂੰ ਪ੍ਰਗਟ ਕਰਨ ਦੀ ਵਿਧੀ ਹੈ, ਉਹਦਾ ਨਾਮ ਜਪਣਾ। ਨਾਮ ਜਪ 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 ਜੇ ਕੇ ਉਸਨੂੰ ਪ੍ਰਗਟ ਕੀਤਾ ਜਾ ਸਕਦਾ ਹੈ। ਦੇਖਦਾ ਵੀ ਬੰਦਾ ਤਾਂ ਬਹੁਤ ਸਿਆਣਾ, ਲਾਭ ਉਠਾ ਲਈਏ। ਕਹਿ ਜੀ ਮੈਂ ਇੱਕ ਹੋਰ ਪ੍ਰਸ਼ਨ ਪੁੱਛਣਾ। ਕਹਿੰਦੇ ਹੋਰ ਪੁੱਛ ਲਓ ਜੀ। ਕਹਿੰਦੇ ਅੱਲਾ ਤੋਂ ਪਹਿਲਾਂ ਕੀ ਸੀ? ਬੜਾ ਵਧੀਆ ਪ੍ਰਸ਼ਨ ਹੈ। ਆਪਣੇ ਮਨ 'ਚ ਵੀ ਪਰਮਾਤਮਾ ਤੋਂ ਪਹਿਲਾਂ ਕੀ ਸੀ? ਵੀ ਕੁਛ ਤਾਂ ਹੋਊ। ਗੁਰੂ ਮਹਾਰਾਜ ਕਹਿੰਦੇ ਤੁਹਾਡੇ ਕੋਲ ਕੋਈ ਦਾਣੇ ਜਾਂ ਕੋਈ ਮੋਤੀ ਕੋਈ ਹੈ? ਕਹਿੰਦੇ ਹੈਗੇ ਜੀ। ਕਹਿੰਦੇ ਲਿਆਓ ਫਿਰ ਕੁਛ। ਉਹ ਪਲੇਟ 'ਚ ਪਾ ਕੇ ਲੈ। ਪੀਰ ਜੀ ਗਿਣੋ। ਉਹ ਕਹਿੰਦੇ 1 2। ਗੁਰੂ ਹੈ ਪੀਰ ਜੀ ਠੀਕ ਗਿਣੋ। ਉਹ ਫਿਰ ਕਹਿੰਦਾ 1 2। ਗੁਰੂ ਮੈਂ ਕਿਹਾ ਪੀਰ ਜੀ ਠੀਕ ਗਿਣੋ। ਕਹਿੰਦਾ ਮੈਂ ਠੀਕ ਹੀ ਗਿਣ ਰਿਹਾ। ਕਹਿੰਦੇ ਨਹੀਂ, ਤੁਸੀਂ ਤਾਂ ਗਿਣਤੀ 1 ਤੋਂ ਸ਼ੁਰੂ ਕੀਤੀ ਹੈ, 1 ਤੋਂ ਪਹਿਲਾਂ ਕੀ ਹੈ? ਪੀਰ ਕਹਿੰਦਾ ਜੀ 1 ਤੋਂ ਪਹਿਲਾਂ ਤਾਂ ਕੁਛ ਨਹੀਂ ਹੁੰਦਾ। ਕਹਿੰਦੇ ਬਸ ਫਿਰ ਅੱਲਾ ਤੋਂ ਪਹਿਲਾਂ ਵੀ ਕੁਛ ਨਹੀਂ ਸੀ, ਇਹ ਜੋ ਕੁਛ ਹੋਇਆ ਅੱਲਾ ਤੋਂ ਹੀ ਹੋਇਆ। ਕਹਿੰਦੇ ਜੀ ਇੱਕ ਪ੍ਰਸ਼ਨ ਮੈਂ ਹੋਰ ਪੁੱਛਣਾ। ਪੁੱਛੋ ਅੱਲਾ ਕੀ ਕਰ ਸਕਦਾ? ਕਹਿੰਦੇ ਹੁਣੇ ਦੱਸਦੇ ਨੇ ਤੁਹਾਨੂੰ, ਪਰ ਇੱਕ ਸ਼ਰਤ ਹੈ, ਤੁਹਾਨੂੰ ਮੇਰੀ ਥਾਂ 'ਤੇ ਆ ਕੇ ਬਹਿਣਾ ਪਏਗਾ, ਮੈਂ ਤੁਹਾਡੀ ਥਾਂ 'ਤੇ ਆ ਕੇ ਬੈਠਾਂਗਾ, ਫਿਰ ਉੱਤਰ ਦੇਵਾਂਗਾ। ਕਹਿੰਦੇ ਕੋਈ ਗੱਲ ਨਹੀਂ। ਪੀਰ ਹੇਠਾਂ ਉਤਰਿਆ, ਹੇਠਾਂ ਬਹਿ ਗਿਆ। ਗੁਰੂ ਨਾਨਕ ਜੀ ਗੱਦੀ 'ਤੇ ਬਹਿ ਗਏ ਨੇ। ਗੁਰੂ ਮਹਾਰਾਜ ਕੁਛ ਬੋਲ ਹੀ ਨਹੀਂ ਰਹੇ। ਪੀਰ ਕਹਿੰਦਾ ਜੀ ਤੁਸੀਂ ਮੇਰੇ ਪ੍ਰਸ਼ਨ ਦਾ ਉੱਤਰ ਨਹੀਂ ਦਿੱਤਾ। ਕਹਿੰਦੇ ਪੀਰ ਜੀ ਉੱਤਰ ਤਾਂ ਦਿੱਤਾ। ਹੁਣ ਦੇਖੋ ਅਕਾਲ ਤਖਤ ਕਿਹਦੀ ਚੱਲੇਗੀ? ਜਿਹੜਾ ਉੱਥੇ ਜਥੇਦਾਰ ਉਹਦੀ ਚੱਲੇਗੀ ਨਾ, ਥਾਂ ਦੀ ਤਾਂ ਨਹੀਂ ਹੈਗਾ। ਜਿਹੜਾ ਜਥੇਦਾਰ ਹੋਏਗਾ ਉਹਦੀ ਚੱਲੇਗੀ, ਜਿਹੜਾ ਉੱਥੇ ਬੈਠੇਗਾ। ਕਹਿੰਦੇ ਪੀਰ ਜੀ ਪਹਿਲਾਂ ਤੁਹਾਡੀ ਚੱਲਦੀ ਸੀ, ਤੁਸੀਂ ਗੱਦੀ 'ਤੇ ਬੈਠੇ ਹੋ, ਮੈਂ ਹੇਠਾਂ ਬੈਠਾ ਸੀ। ਹੁਣ ਮੈਂ ਗੱਦੀ 'ਤੇ ਬੈਠਾ, ਮੇਰੀ ਚੱਲੇਗੀ, ਹੁਣ ਤੁਹਾਡੀ ਨਹੀਂ ਚੱਲੇਗੀ। ਪਰਮਾਤਮਾ ਇਹੀ ਕੁਛ ਕਰ ਸਕਦਾ, ਇਹ ਗੱਦੀਆਂ ਲਾ ਸਕਦਾ ਅਤੇ ਲੱਥੇ ਹੋਏ ਨੂੰ ਬਿਠਾ ਸਕਦਾ। ਅਤੇ ਬਹੁਤ ਪ੍ਰਭਾਵਿਤ ਹੋਇਆ, ਬਹੁਤ ਪ੍ਰਭਾਵਿਤ। ਇਸ ਲਈ ਗੁਰੂ ਮਹਾਰਾਜ ਜਿਹੜਾ ਵੀ ਵਿਚਾਰ ਵਟਾਂਦਰਾ ਕਰਦਾ ਸੀ, ਉਹ ਉਹਨਾਂ ਦੇ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਸੀ। ਅਤੇ ਐਂ ਵਲੀ ਕੰਧਾਰੀ, ਉਹਨੂੰ ਵੀ ਹੰਕਾਰ ਸੀ, ਮੈਂ ਵਲੀ ਹਾਂ, ਮੈਂ ਪੀਰ ਹਾਂ। ਮਰਦਾਨਾ ਜੀ ਨੂੰ ਪੀਣ ਨੂੰ ਪਾਣੀ ਨਹੀਂ ਦਿੱਤਾ। ਜਦੋਂ ਉਹਨੂੰ ਪਤਾ ਲੱਗਾ ਵੀ ਇਹ ਤਾਂ ਜਿਹੜਾ ਹੈ ਇਹ ਆਪ ਤਾਂ ਮੁਸਲਮਾਨ ਹੈ, ਪਰ ਇਹ ਤਾਂ ਹਿੰਦੂ ਨੂੰ ਪੀਰ ਮੰਨਦਾ ਹੈ, ਕਿ ਜਾ ਮੈਂ ਨਹੀਂ ਤੈਨੂੰ ਪਾਣੀ ਪਿਲਾਉਂਦਾ। 2-3 ਵਾਰੀ ਗਿਆ, ਨਹੀਂ ਪਾਣੀ ਪਿਲਾਇਆ। ਗੁਰੂ ਮਹਾਰਾਜ ਸ਼ਕਤੀ ਵਰਤੇ, ਉਹਦੇ ਸਾਰੇ ਪਾਣੀ ਖਿੱਚ ਲਿਆ। ਹੇਠਾਂ ਆ ਗਿਆ ਗੁੱਸੇ 'ਚ ਪੀਰ। ਗੁਰੂ ਮਹਾਰਾਜ ਸਮਝਾਇਆ, ਕਹਿੰਦੇ ਦੇਖੋ ਤੁਸੀਂ ਪੀਰ ਹੋ, ਜੇ ਤੁਸੀਂ ਇੱਕ ਪਿਆਸੇ ਨੂੰ ਪਾਣੀ ਹੀ ਨਹੀਂ ਪਿਲਾ ਸਕਦੇ, ਤੁਸੀਂ ਕਾਹਦੇ ਪੀਰ ਹੋ? ਕਿਵੇਂ ਤੁਹਾਡੇ 'ਤੇ ਅੱਲਾ ਖੁਸ਼ ਹੋਵੇਗਾ? ਨਿਰਾ ਭਜਨ ਬੰਦਗੀ ਨਾਲ ਤੇ ਤੁਹਾਡੇ ਅੰਦਰ ਤਰਸ ਭਾਵਨਾ ਨੇ। ਤੁਹਾਡੇ ਸਾਹਮਣੇ 3 ਵਾਰ ਉਹ ਆਇਆ ਹੈ ਗਰਮੀਆਂ ਦੇ ਮੌਸਮ 'ਚ, ਇੰਨੀ ਅਗਲੇ ਨੂੰ ਪਿਆਸ ਲੱਗੇ, ਤੁਸੀਂ ਇੱਕ ਘੁੱਟ ਪਾਣੀ ਪਿਲਾਉਣ ਨੂੰ ਤਿਆਰ ਨਹੀਂ ਗਏ। ਪੀਰਾਂ ਫਕੀਰਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਫਿਰ ਉਹਨੇ ਮੁਆਫੀ ਮੰਗੀ, ਕਹਿੰਦੇ ਕੋਈ ਸੇਵਾ ਦੱਸੋ। ਕਹਿੰਦੇ ਫਿਰ 10ਵੇਂ ਜਾਮੇ 'ਚ ਅਸੀਂ ਸੇਵਾ ਲਵਾਂਗੇ। ਐਂ ਕਰਦੇ ਕਹਿੰਦੇ 1532 ਸਨ ਆ ਗਿਆ। ਭਾਈ ਲਹਿਣਾ ਜੀ ਵੀ ਆ ਗਏ ਨੇ, ਜਿਹੜੇ ਬਾਅਦ 'ਚ ਗੁਰੂ ਅੰਗਦ ਦੇਵ ਮਹਾਰਾਜ ਬਣੇ। ਹੁਣ ਗੁਰਗੱਦੀ ਦੇਣੀ ਸੀ ਗੁਰੂ ਮਹਾਰਾਜ ਨੇ। ਵਾਰੀ ਵਾਰੀ ਇਮਤਿਹਾਨ ਲਏ ਸਿੱਖਾਂ ਦੇ। ਭਾਈ ਲਹਿਣਾ ਜੀ ਦੇ ਇਮਤਿਹਾਨ ਲਏ। ਸਾਰੇ ਟੈਸਟਾਂ 'ਚ ਭਾਈ ਲਹਿਣਾ ਜੀ ਪਾਸ ਹੁੰਦੇ ਗਏ। ਅਖੀਰਲਾ ਇਮਤਿਹਾਨ ਸੀ। ਗੁਰੂ ਮਹਾਰਾਜ ਨਾਰਾਜ਼ ਹੋ ਕੇ ਸਾਰਿਆਂ ਨੂੰ ਕੁੱਟਣ ਲੱਗ ਗਏ। ਸਭ ਭੱਜ ਪੁੱਜ ਗਏ। ਭਾਈ ਲਹਿਣਾ ਜੀ ਇਕੱਲੇ ਰਹਿ ਗਏ। ਗੁਰੂ ਮਹਾਰਾਜ ਕਹਿੰਦੇ ਤੂੰ ਜਾਂਦਾ ਨਹੀਂ? ਕਹਿੰਦੇ ਦੇਖੋ ਜੀ, ਜਿਨ੍ਹਾਂ ਦਾ ਕੋਈ ਥਾਂ ਸੀ ਜਾਣ ਲਈ, ਉਹ ਤਾਂ ਚਲੇ ਗਏ ਨੇ। ਮੇਰਾ ਤਾਂ ਤੁਹਾਡੇ ਬਿਨਾਂ ਕੋਈ ਥਾਂ ਹੀ ਨਹੀਂ, ਮੈਂ ਕਿੱਥੇ ਜਾਵਾਂ? ਮੇਰਾ ਹੋਰ ਕੋਈ ਥਾਂ ਨਹੀਂ ਤੁਹਾਡੇ ਬਿਨਾਂ।
ਇਸ ਲਈ ਮੈਂ ਨਹੀਂ ਕਿਤੇ ਜਾ ਸਕਦਾ। ਕਹਿੰਦੇ ਅੱਛਾ। ਗੁਰੂ ਨਾਨਕ ਸ਼ਕਤੀ ਵਰਤਾਈ, ਅੱਗੇ ਮੁਰਦਾ ਬਣਾਤਾ, ਉੱਤੇ ਚਾਦਰ ਚਿੱਟੀ ਪਾਤੀ। ਕਹਿੰਦੇ ਅੱਛਾ, ਤੇਰਾ ਹੋਰ ਕੋਈ ਥਾਂ ਨਹੀਂ, ਤੂੰ ਸਾਡੇ ਕੋਲ ਹੀ ਰਹਿਣਾ। ਕਹਿੰਦੇ ਹੋਰ ਜੀ ਕਿੱਥੇ ਜਾਵਾਂ ਜੀ, ਜਿਨ੍ਹਾਂ ਦਾ ਸੀ ਉਹ ਚਲੇ ਗਏ ਨੇ। ਕਹਿੰਦੇ ਮੁਰਦਾ ਖਾ। ਕਹਿੰਦੇ 7 ਬਚਨ ਜੀ। ਜਾ ਕੋਲ ਖੜ ਗਿਆ, ਕਹਿੰਦੇ ਬੋਲੋ ਜੀ, ਪੈਰਾਂ ਵਾਲੇ ਪਾਸੇ ਸ਼ੁਰੂ ਕਰਾਂ ਕਿ ਸਿਰ ਵਾਲੇ ਪਾਸੇ ਸ਼ੁਰੂ ਕਰਨਾ? ਗੁਰੂ ਮਹਾਰਾਜ ਮੁਰਦਾ ਨਹੀਂ ਸੀ ਖਵਾਉਣਾ, ਇਮਤਿਹਾਨ ਲੈਣਾ ਸੀ। ਕਹਿੰਦੇ ਸਿਰ ਵਾਲੇ ਪਾਸੇ ਸ਼ੁਰੂ ਕਰ ਦੇ। ਜਦੋਂ ਕੱਪੜਾ ਚੱਕਿਆ, ਹੇਠਾਂ ਦੇਗ ਹੈ, ਅਤੇ ਗੁਰੂ ਮਹਾਰਾਜ ਜੱਫੀ ਪਾ ਲਈ। ਅਤੇ ਫਿਰ ਬਾਬਾ ਬੁੱਢਾ ਜੀ ਨੂੰ ਕਹਿੰਦੇ ਤਿਆਰੀ ਕਰੋ, ਗੁਰਗੱਦੀ ਦੇਣੀ ਭਾਈ ਲਹਿਣਾ ਜੀ। ਅਤੇ ਭਾਈ ਲਹਿਣਾ ਗੁਰੂ ਅੰਗਦ ਦੇਵ ਬਣਾ ਕੇ ਫਿਰ ਆਪ 1539 ਈਸਵੀ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੋਤੀ ਜੋਤ ਸਮਾ ਗਏ। ਕਿਉਂਕਿ ਸਮਾਂ ਥੋੜ੍ਹਾ ਹੁੰਦਾ ਹੈ, ਇਹਨਾਂ ਦੇ ਜੀਵਨ ਬਹੁਤ ਲੰਮੇ ਹੁੰਦੇ ਨੇ, ਜ਼ਿੰਦਗੀ ਦੇ ਬੜੀਆਂ ਘਟਨਾਵਾਂ ਨੇ, ਹਰ ਇੱਕ ਘਟਨਾ ਕੋਈ ਨਾ ਕੋਈ ਸਾਨੂੰ ਸਿੱਖਿਆ ਦੇ ਕੇ ਜਾਂਦੀ ਹੈ। ਇਸੇ ਲਈ ਆਪਣੇ ਵੱਡੇ ਵਡੇਰਿਆਂ ਦੇ ਜੀਵਨ ਪੜ੍ਹਦੇ ਰਹੀਦਾ। ਗੁਰੂਆਂ ਦੇ ਪੜ੍ਹੋ, ਸੰਤਾਂ ਮਹਾਤਮਾ ਦੇ ਪੜ੍ਹੋ, ਭਗਤਾਂ ਦੇ ਪੜ੍ਹੋ, ਸ਼ਹੀਦਾਂ ਦੇ ਪੜ੍ਹੋ, ਕਿੰਨਾ ਕੁਛ ਮਿਲੇਗਾ, ਗਿਆਨ ਹੋਏਗਾ, ਆਪਣੇ ਵੱਡੇ ਵਡੇਰਿਆਂ ਬਾਰੇ ਪਤਾ ਲੱਗੇਗਾ। ਜ਼ਿੰਦਗੀ ਹੌਲੀ ਹੌਲੀ ਬਦਲਣੀ ਸ਼ੁਰੂ ਹੋਏਗੀ। ਜਦੋਂ ਪੰਚਮ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਲਿਖਣਾ ਸੀ ਨਾ, ਅਤੇ ਸਾਰੀਆਂ ਪੋਥੀਆਂ ਇਕੱਠੀਆਂ ਕਰ ਲਈਆਂ, ਅਤੇ ਉਹ ਕਹਿੰਦੇ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਕਹਿੰਦੇ ਸਾਡੇ ਪਿਓ ਦਾਦਿਆਂ ਨੇ ਜੋ ਇਹ ਬਾਣੀ ਲਿਖੀ, ਜਦੋਂ ਮੈਨੂੰ ਪੜ੍ਹ ਕੇ ਵੇਖਿਆ ਕਦੋਂ ਮੈਨੂੰ ਤਾਂ ਪਤਾ ਲੱਗਿਆ ਤਾਂ ਖਜ਼ਾਨਾ ਹੀ ਬੜਾ ਵੱਡਾ ਹੈ। ਐਡਾ ਵੱਡਾ ਖਜ਼ਾਨਾ ਗੁਰੂ ਮਹਾਰਾਜ ਸਾਨੂੰ ਗੁਰਬਾਣੀ ਦਾ ਦੇ ਗਏ ਹਨ। ਅਤੇ ਜੇ ਅਸੀਂ ਇਹਦਾ ਲਾਭ ਨਾ ਉਠਾਈਏ ਤਾਂ ਐਂ ਸਮਝੋ ਵੀ ਅਸੀਂ ਗੰਗਾ ਦੇ ਕੰਢੇ ਬੈਠੇ ਪਿਆਸੇ ਮਰ ਗਏ। ਗੰਗਾ ਦੇ ਕੰਢੇ ਬੈਠ ਕੇ ਕੋਈ ਪਿਆਸਾ ਮਰ ਜੇ ਤੈਨੂੰ ਫਿਰ ਸਿਆਣਾ ਨਹੀਂ ਨਾ ਕਹਾਂਗੇ। ਗੁਰੂ ਮਹਾਰਾਜ ਕਿੰਨੀ ਕਿਰਪਾ ਸਾਡੇ 'ਤੇ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਸਾਡੇ ਲਈ ਤਿਆਰ ਕਰ ਗਏ ਹਨ ਕਿ ਲਓ ਭਾਈ, ਅਸੀਂ ਸਦਾ ਨਹੀਂ ਰਹਿਣਾ, ਇਹਨਾਂ ਸਰੀਰਾਂ ਨੇ ਸਦਾ ਨਹੀਂ ਰਹਿਣਾ, ਪਰ ਜਿਹੜੇ ਪਰਮਾਤਮਾ ਦੇ ਬੋਲ ਨੇ ਨਾ, ਜਿਹੜੇ ਸਾਡੇ ਰਾਹੀਂ ਸੰਸਾਰ 'ਤੇ ਆਏ ਨੇ, ਅਸੀਂ ਉਹ ਲਿਖ ਚੱਲੇ ਹਾਂ। ਤੁਸੀਂ ਇਹਦੇ ਅਨੁਸਾਰ ਆਪਣਾ ਜੀਵਨ ਜਿਵੇਂ ਹੋ, ਅਤੇ ਜੋ ਤੁਸੀਂ ਚਾਹੁੰਦੇ ਸਭ ਕੁਝ ਤੁਹਾਨੂੰ ਇਸ ਖਜ਼ਾਨੇ ਦੇ ਵਿੱਚੋਂ ਪ੍ਰਾਪਤ ਹੋ ਜਾਵੇਗਾ। ਸੋ ਸਤਿਕਾਰਯੋਗ ਸਾਧ ਸੰਗਤ ਜੀ, ਵਿਚਾਰਾਂ ਪੂਰਨ ਕਰਦੇ ਅਨੇਕਾਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ, 10 ਖਿਮਾ ਦਾ ਜਾ ਚੁੱਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।